ਜਿਹੜੀਆਂ ਬੈਂਕਾਂ ਵਾਲੀਆਂ ਮੌਰਗੇਜਸ ਨੇ ਉਹ ਵੀ ਜਿਨ੍ਹਾਂ ਸੱਜਣਾਂ ਨੇ ਸੋਚ ਸਮਝ ਕੇ ਨਹੀਂ ਲਈਆਂ, ਪ੍ਰਾਈਵੇਟ ਬਾਰੇ ਇੰਨੀ ਖੋਜ ਕਿੱਥੇ ਕਰਦੇ ਨੇ। ਮੈਂ ਇੱਕ ਐਡ ਸੁਣੀ, ਉਹਦੇ ਵਿੱਚ ਸ਼ਰੇਆਮ ਕਿਹਾ ਜਾ ਰਿਹਾ ਆ ਜਾਓ ਜੀ ਮੌਰਗੇਜ ਲੈਣੀ ਆ, ਯੂ ਡੋਂਟ ਗੋਣਾ ਪੇ ਸਿੰਗਲ ਡਾਲਰ ਆਊਟ ਆਫ ਯੂਰ ਪੋਕਟ, ਤੁਹਾਡਾ ਘਰ ਬਣ ਜਾਣਾ, ਅੱਗੇ ਤੁਸੀਂ 2 ਘਰ ਬਣਾ ਲਓ, 3 ਬਣਾ ਲਓ। ਉਹ ਦੱਸਿਆ ਕਿ ਮੈਂ ਗਿਆ ਜੀ ਰੀਫਾਈਨੈਂਸ ਕਰਾ ਲਓ। ਅਤੇ ਜੇ ਹੁਣ ਉਹਨਾਂ ਨੂੰ ਐਜ਼ ਅ ਕਾਮਨ ਪਰਸਨ ਮੈਂ ਕੁਐਸਚਨ ਪੁੱਛਾਂ ਕਿਸੇ ਨੂੰ, ਜਾਂ ਮੇਰੇ ਮਾਈਂਡ 'ਚ ਆਵੇ ਉਹ ਕੁਐਸਚਨ, ਮੇਰੇ ਮਾਈਂਡ 'ਚ ਇਹ ਆਉਂਦਾ ਵੀ ਜਦੋਂ ਰੀਫਾਈਨੈਂਸ ਕਰਾਇਆ ਕਿਸੇ ਦੀ ਮੌਰਗੇਜ ਪਹਿਲਾਂ 3 ਲੱਖ ਦੀ ਸੀ, ਉਹਨੇ ਰੀਫਾਈਨੈਂਸ 5 ਲੱਖ ਕੱਢ ਲਿਆ, ਮੌਰਗੇਜ ਹੋ ਗਈ 8 ਲੱਖ ਦੀ, ਅਤੇ ਉਹ 8 ਲੱਖ ਦੀ ਕਿਸ਼ਤ ਕਿਹਨੇ ਦੇਣੀ ਹੈ। ਹੁਣ ਮੈਂ ਕਿਸੇ ਕਲਾਇੰਟ ਦੀ ਕਰ ਰਹੀ ਸੀ, ਉਹਨਾਂ ਨੇ ਚਲੋ ਜੀ ਆਈ ਥਿੰਕ 2.3 ਮਿਲੀਅਨ ਦੀ ਸਮਥਿੰਗ ਐਵੇਂ ਪ੍ਰੋਪਰਟੀ ਲਈ ਹੋਈ ਸੀਗੀ। ਸੋ ਕੁਆਲੀਫਿਕੇਸ਼ਨ ਕਿਤੇ ਨਹੀਂ ਸਟੈਂਡ ਕਰਦੀ ਸੀਗੀ। ਸੋ ਦੇ ਕੇਮ ਟੂ ਮੀ, ਚਲੋ ਆਪਾਂ ਮੇਕ ਕਾਰਪੋਰੇਸ਼ਨ 'ਤੇ ਉਹਨਾਂ ਦੀ ਡਿਸਕਸ ਕੀਤੀ। ਸੋ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਹਾਡੀ ਜੋਬ ਲੈਟਰ ਚਾਹੀਦੀ ਆ, ਅਪਡੇਟਡ ਜੋਬ ਲੈਟਰ। ਐਂਡ ਕਲਾਇੰਟ ਅੱਗੇ ਮੈਨੂੰ ਕਹਿ ਰਹੇ ਅਸੀਂ ਤਾਂ ਪ੍ਰਾਈਵੇਟ ਲੈ ਰਹੇ ਹਾਂ, ਅਸੀਂ ਜੋਬ ਲੈਟਰ ਕਾਹਤੇ ਦੇਣੀ ਹੈ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਗਰ ਤੁਸੀਂ ਪ੍ਰਾਈਵੇਟ 'ਚ ਜਾ ਰਹੇ ਹੋ ਤਾਂ ਪ੍ਰਾਈਵੇਟ ਨੇ ਐਂ ਚੱਕ ਕੇ ਪੈਸੇ ਦੇ ਦੇਣੇ ਨੇਗੇ। ਉਹਨੇ ਵੀ ਥੋੜੀ ਅਫੋਰਡੇਬਿਲਟੀ ਦੇਖਣੀ ਹੈ ਵੀ ਜੇ ਮੈਂ ਤੁਹਾਨੂੰ ਦੇ ਰਿਹਾ ਹਾਂ, ਕੱਲ੍ਹ ਨੂੰ ਤੁਸੀਂ ਇੱਕ ਕਿਸ਼ਤ ਨਾ ਲਓ, ਅਗਲੇ ਦਿਨ ਤੁਸੀਂ ਡਿਫਾਲਟ ਕਰ ਗਏ, ਅਗਲਾ ਕਹਿੰਦਾ ਮੈਂ ਕਿਉਂ ਇਹੋ ਜਿਹੇ ਝੰਜਟ 'ਚ ਪੈਣਾ। ਸੋ ਮੈਂ ਉਹਨਾਂ ਨੂੰ ਕਿਹਾ ਵੀ ਫਿਕਸ ਰੇਟ ਇਹ ਚੱਲਦਾ। ਉਹ ਕਹਿੰਦੇ ਨਹੀਂ, ਕਹਿੰਦੇ ਮੈਂ ਕਾਲ ਕੀਤੀ ਹੈ, ਮੈਨੂੰ ਤਾਂ ਫਿਕਸ ਰੇਟ 499 ਮਿਲ ਰਿਹਾ ਆਈ ਥਿੰਕ, ਜਾਂ 450 ਉਹਨਾਂ ਨੇ ਕਿਹਾ। ਮੈਂ ਕਿਹਾ ਭਾਜੀ ਦੈਟਸ ਵੰਡਰਫੁਲ, ਦੈਨ ਗੋ ਹੈਡ ਵਿਦ ਇਟ। ਕਹਿੰਦੇ ਵੀ ਮੈਂ ਕਾਲ ਕੀਤੀ ਸੀਗੀ ਬਟ ਕੁਆਲੀਫਿਕੇਸ਼ਨ ਦਾ ਪੰਗਾ ਪੈਂਦਾ। ਮੈਂ ਕਿਹਾ ਵੀ ਕੀ ਰੀਜ਼ਨ। ਕਹਿੰਦੇ ਕਿਉਂਕਿ ਮੈਂ ਡਿਸੇਬਿਲਿਟੀ 'ਤੇ ਬੈਠਾ ਹਾਂ। ਅਤੇ ਹੁਣ ਦੇਖੋ ਤੁਸੀਂ ਗੂਗਲ ਤੋਂ ਕਾਲ ਕਰ ਰਹੇ ਹੋ, ਓਬਵੀਅਸਲੀ ਮੈਂ ਕਾਲ ਕਰਾਂ ਅੱਜ ਮੈਨੂੰ ਸ਼ਾਇਦ 399 ਵੀ ਦੇ ਦੇਣ, ਪਰ ਪੰਗਾ ਤਾਂ ਉੱਥੇ ਆਉਂਦਾ ਨਾ ਜਦੋਂ ਕੰਡੀਸ਼ਨਾਂ ਪੁੱਛੀਆਂ ਜਾਂਦੀਆਂ ਨੇ ਵੀ ਤੁਹਾਡੀ ਇਨਕਮ ਕਿੱਥੇ ਕੁਆਲੀਫਾਈ ਕਰਦੀ ਹੈ। ਅਤੇ ਫਿਲਹਾਲ ਅਸੀਂ ਰਹਿੰਦੇ ਰੱਬ ਨੇੜੇ ਕਿ ਕਸੁੰਨ ਸਾਡੇ ਨੇੜੇ ਮੌਰਗੇਜ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਮੌਰਗੇਜ ਬਾਰੇ ਇਸ ਵੇਲੇ ਜੋ ਮਾਰਕੀਟ 'ਚ ਟਰੈਂਡ ਚੱਲ ਰਿਹਾ ਉਹਦੇ 'ਚ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਇਹਦੇ 'ਚ ਪ੍ਰਾਈਵੇਟ ਮੌਰਗੇਜ ਫਿਰ ਚਰਚਾ 'ਚ ਹੈ, ਸਾਰੀ ਡਿਸਕਸ਼ਨ ਦੇ ਚਰਚਾ 'ਚ ਹੈ। ਅਤੇ ਉਹਦੇ ਬਾਰੇ ਵੀ ਕਈ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ। ਆਮ ਕਰਕੇ ਇਹ ਮੰਨਿਆ ਜਾਂਦਾ ਕਿ ਬੜਾ ਇਹ ਮਹਿੰਗੀ ਡੀਲ ਹੁੰਦੀ ਹੈ, ਪਰ ਜਿਸ ਤਰ੍ਹਾਂ ਦੀ ਕਰੰਟ ਸਿਚੁਏਸ਼ਨ ਹੈ ਉਹਦੇ 'ਚ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਕੋਲ ਰਸਤਾ ਹੀ ਨਹੀਂ ਬਚਿਆ ਹੋਰ ਕੋਈ, ਅਤੇ ਪਰ ਇਹਦੇ ਅੰਦਰ ਵੀ ਬਹੁਤ ਸਾਰੀਆਂ ਆਪਸ਼ਨਸ ਨੇ। ਸੋ ਜਦੋਂ ਜਿਹੜੀ ਇਹ ਹੁਣ ਕਰੰਟ ਸਿਚੁਏਸ਼ਨ ਹੈ ਇਹਦੇ 'ਚ ਫਿਰ ਬੈਸਟ ਆਪਸ਼ਨਸ ਕੀ ਹੋ ਸਕਦੀਆਂ, ਬੈਸਟ ਕੋਰਸ ਕੀ ਹੋ ਸਕਦਾ, ਜਾਂ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕੰਸੀਡਰ ਕਰਨੀਆਂ ਚਾਹੀਦੀਆਂ ਨੇ, ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਲਖਬੀਰ ਜੀ ਬੜਾ ਖੁੱਲ੍ਹ ਕੇ ਆਪਣੀ ਗੱਲ ਕਰਦੇ ਨੇ, ਸਾਡੇ ਨਾਲ ਸਟੂਡੀਓ 'ਚ ਨੇ ਅੱਜ। ਲਖਬੀਰ ਜੀ ਸਤਿ ਸ਼੍ਰੀ ਅਕਾਲ। ਤੁਹਾਡੇ ਬਹਾਨੇ ਅਸੀਂ ਆਪਣੀ ਰੀਅਲ ਲਾਈਫ ਵੱਲ ਆ ਜਾਈਏ, ਨਹੀਂ ਤਾਂ ਅਸੀਂ ਜਿਹੜਾ ਇੱਕ ਵਰਚੁਅਲ ਵਰਲਡ 'ਚ ਰਹਿੰਦੇ ਖਬਰਾਂ ਦੀ ਦੁਨੀਆ 'ਚ, ਹੈ ਨਾ। ਟਰੂ ਜੀ, ਟਰੂ। ਸਤਿ ਸ਼੍ਰੀ ਅਕਾਲ ਸ਼ਮੀਲ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਤੇ ਜਿਹੜੀ ਇਹ ਹੁਣ ਸਾਰੀ ਸਿਚੁਏਸ਼ਨ ਹੈ ਮੌਰਗੇਜ ਦੀ ਦੁਨੀਆ 'ਚ, ਕਿਉਂਕਿ ਜੋ ਮਰਜ਼ੀ ਹੋਈ ਜਾਏ ਦੁਨੀਆ 'ਚ, ਗੱਲ ਤਾਂ ਆਪਣੇ ਘਰ 'ਤੇ ਆ ਕੇ ਨਿਪਟਦੀ ਹੈ। ਡੈਫੀਨੇਟਲੀ। ਅਤੇ ਜਿਹੜੀਆਂ ਹੁਣ ਇਸ ਵੇਲੇ ਤਲਵਾਰ ਆਪਣੇ ਸਿਰ ਦੇ ਉੱਤੇ ਲਟਕ ਰਹੀ ਹੈ, ਬਹੁਤ ਸਾਰੇ ਆਪਣੇ ਪਰਿਵਾਰ ਨੇ, ਦੋਸਤ ਨੇ, ਭੈਣ ਭਰਾ ਨੇ ਜਿਨ੍ਹਾਂ ਨੂੰ ਫਿਕਰ ਹੈ ਮੌਰਗੇਜ ਦਾ। ਹਾਂਜੀ। ਤਾਂ ਇਹਦੇ 'ਚ ਪਿੱਛੇ ਜੇ ਰਿਪੋਰਟਾਂ ਵੀ ਆਈਆਂ ਸੀਗੀਆਂ ਕਿ ਪ੍ਰਾਈਵੇਟ ਮੌਰਗੇਜ ਇਸ ਵੇਲੇ ਬਹੁਤ ਜ਼ਿਆਦਾ ਸ਼ੇਅਰ ਉਹਦਾ ਵੱਧ ਗਿਆ। ਹਾਂਜੀ। ਕਈ ਇਸ ਨੂੰ ਥੋੜ੍ਹਾ ਫਿਕਰਮੰਦੀ ਨਾਲ ਵੀ ਦੇਖਦੇ ਨੇ ਕਿ ਇੰਨਾ ਜ਼ਿਆਦਾ ਹੋਣਾ ਇਹ ਖਤਰੇ ਦੀ ਘੰਟੀ ਹੈ। ਡੈਫੀਨੇਟਲੀ। ਤੁਸੀਂ ਮੌਰਗੇਜ ਨਾਲ ਡੀਲ ਕਰ ਰਹੇ ਹੋ, ਪਹਿਲਾਂ ਤਾਂ ਇਸ ਵੇਲੇ ਸਿਚੁਏਸ਼ਨ ਕੀ ਹੈ, ਥੋੜ੍ਹਾ ਜਿਹਾ ਕਰੰਟ ਅਪਡੇਟ ਸ਼ੇਅਰ ਕਰੋ। ਸਿਚੁਏਸ਼ਨ ਇਹ ਹੈ ਸ਼ਮੀਲ ਭਾਜੀ, ਇਸ ਟਾਈਮ ਜਿਹੜੀ ਮੋਸਟਲੀ ਮੌਰਗੇਜਿਸ ਦੀ ਫਾਈਲਸ ਆ ਰਹੀਆਂ ਨੇਗੀਆਂ, ਜਾਂ ਕਹਿ ਲਓ ਸਿਨੈਰੀਓ ਜਿਹੜਾ ਆ ਰਿਹਾ ਆ, ਉਹ ਜ਼ਿਆਦਾ ਜਿਹੜਾ ਹੈਗਾ ਆ ਪ੍ਰਾਈਵੇਟ ਵੱਲ ਨੂੰ ਅਟਰੈਕਟ ਹੋ ਰਿਹਾ ਆ। ਰੀਜ਼ਨ ਬੀਇੰਗ ਕਿਉਂਕਿ ਕੁਆਲੀਫਾਈ ਨਹੀਂ ਹੋ ਰਹੇ ਆਪਾਂ, ਰਾਈਟ। ਜਾਂ ਰੀਜ਼ਨ ਬੀਇੰਗ ਇਹ ਹੋ ਜਾਂਦਾ ਆ ਕਿ ਜਦੋਂ ਤੁਸੀਂ ਏ ਲੈਂਡਰ, ਲਾਈਕ ਬੇਸਿਕਲੀ ਏ ਲੈਂਡਰ ਹੁੰਦਾ ਜੀ, ਬੀ ਲੈਂਡਰ ਹੁੰਦਾ, ਸੀ ਐਂਡ ਪਿਓਰ ਪ੍ਰਾਈਵੇਟਸ, ਰਾਈਟ। ਅਤੇ ਜੇ ਹੁਣ ਤੁਸੀਂ ਏ ਲੈਂਡਰ ਜੋ ਕਿ ਮੇਜਰ ਬੈਂਕਸ ਹੁੰਦੀਆਂ ਨੇ, ਸਾਰੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਏ ਲੈਂਡਰ ਵੱਲ ਜਾਈਏ, ਉੱਥੇ ਕੁਆਲੀਫਾਈ ਨਹੀਂ ਹੁੰਦੇ ਤੁਸੀਂ ਬੀ ਦੇ ਆਉਂਦੇ ਆ, ਬੀ ਦੇ ਨਹੀਂ ਕੁਆਲੀਫਾਈ ਹੁੰਦੇ ਦੈਨ ਯੂ ਹੈਵ ਅ ਸੀ ਲੈਂਡਰਸ, ਰਾਈਟ। ਅਤੇ ਜਿਹਨੂੰ ਅਸੀਂ ਸੈਮੀ ਪ੍ਰਾਈਵੇਟ ਟਾਈਪ ਵੀ ਕਹਿ ਲੈਂਦੇ ਹਾਂ, ਰਾਈਟ। ਮੇਕ ਕਾਰਪੋਰੇਸ਼ਨਸ ਹੁੰਦੀਆਂ ਨੇਗੀਆਂ। ਸੋ ਮੋਸਟਲੀ ਹੁਣ ਜਿਹੜੀਆਂ ਸਾਰਾ ਜਿਹੜਾ ਸਿਨੈਰੀਓ ਆ ਜੀ, ਜਿਹੜਾ ਉਹਦਾ ਅਟਰੈਕਸ਼ਨ ਆ ਉਹ ਸਾਰੀ ਪ੍ਰਾਈਵੇਟ ਵੱਲ ਨੂੰ ਆ ਰਹੀ ਹੈ, ਕਿਉਂਕਿ ਕੁਆਲੀਫਾਈ ਨਹੀਂ ਹੋ ਰਹੇ ਹੈਗੇ ਆਪਾਂ, ਰਾਈਟ। ਸੋ ਮੋਸਟਲੀ ਜਿਹੜੀਆਂ ਹੈਗੀਆਂ ਨੇ ਇਸ ਟਾਈਮ ਪ੍ਰਾਈਵੇਟ ਵੱਲ ਨੂੰ ਅਟਰੈਕਟ ਹੋ ਰਹੀਆਂ ਨੇ। ਸੋ ਹੁਣ ਜਿਹੜਾ ਇਹਦੇ 'ਚ ਕੰਸੈਪਟ ਆ ਭਾਜੀ ਪਹਿਲਾਂ ਅੰਡਰਸਟੈਂਡ ਦਾ ਇਹ ਆ ਕਿ ਪਤਾ ਲੱਗੇ ਕਿ ਪ੍ਰਾਈਵੇਟ ਹੈ ਕੀ ਆ। ਪ੍ਰਾਈਵੇਟ ਭਾਜੀ ਇਟਸ ਜਸਟ ਲਾਈਕ ਅ ਪ੍ਰੋਡਕਟ, ਲਾਈਕ ਅਦਰ ਪ੍ਰੋਡਕਟਸ, ਪ੍ਰਾਈਵੇਟ ਮੌਰਗੇਜ ਇਜ਼ ਅ ਪ੍ਰੋਡਕਟ ਐਜ਼ ਵੈਲ। ਇੱਕ ਪਰਸੈਪਸ਼ਨ ਇਹ ਰਹੀ ਹੈ ਕਿ ਜੀ ਪ੍ਰਾਈਵੇਟ ਤਾਂ ਬਹੁਤ ਰਿਸਕੀ ਕੰਮ ਹੈ, ਇਹ ਤਾਂ ਇੱਕ ਕਿਸਮ ਦਾ ਉਸ ਤਰ੍ਹਾਂ ਵੀ ਜਿਵੇਂ ਇਮੇਜ ਬਣਿਆ ਹੋਇਆ ਨਾ ਪੁਰਾਣਾ ਪੁਰਾਣੀ ਸਾਡੇ ਉਹ 'ਚ ਕਿ ਵੀ ਉਹ ਸੂਦਖੋਰ ਹੁੰਦੇ ਸੀ ਅਤੇ ਉਹ ਵਿਆਜ ਦਿੰਦੇ ਸੀ, ਸਾਰੀ ਉਮਰ ਉਹੀ ਨਹੀਂ ਸੀ, ਇਸ ਤਰ੍ਹਾਂ ਦਾ ਇੱਕ ਇਮੇਜ ਬਣਿਆ ਹੋਇਆ। ਪਰ ਭਾਜੀ ਅਗਰ ਕੋਈ ਚੰਗੀ ਤਰ੍ਹਾਂ ਨੂੰ ਅੰਡਰਸਟੈਂਡ ਕੀਤਾ ਜਾਵੇ, ਪਰ ਜਦੋਂ ਕੋਈ ਵੀ ਕਲਾਇੰਟ ਰਿਗਾਰਡਲੈਸ ABCD ਕੋਈ ਵੀ ਕਲਾਇੰਟ ਆ, ਰਾਈਟ, ਅਤੇ ਜਦੋਂ ਉਹ ਫਸਦਾ ਭਾਜੀ ਉਹਨੂੰ ਕੱਢਦਾ ਕੌਣ? ਉਹਨੂੰ ਪ੍ਰਾਈਵੇਟ ਹੀ ਕੱਢਦਾ ਨਾ, ਅਤੇ ਐਂਡ 'ਤੇ ਕਲੋਜ਼ ਵੀ ਪ੍ਰਾਈਵੇਟ ਦੇ ਥਰੂ ਹੀ ਹੁੰਦੀ ਆ। ਪਰ ਮੇਰਾ ਜਿਹੜਾ ਜਾਣ ਦਾ ਮਕਸਦ ਆ ਉਹ ਇਹ ਆ ਤਾਂ ਕਿ ਮੈਂ ਥੋੜ੍ਹੀ ਜਿਹੀ ਅਵੇਅਰਨੈਸ ਦੇ ਸਕਾਂ ਵੀ ਪ੍ਰਾਈਵੇਟ ਦੇ ਵਿੱਚ ਵੀ ਜਸਟ ਇਹ ਨਹੀਂ ਹੈਗਾ ਵੀ ਇੱਕ ਪ੍ਰੋਡਕਟ ਆ ਵੀ ਬਸ ਜੀ ਹੁਣ ਮਾਈਂਡ 'ਚ ਬਣਾ ਲਿਆ ਜੀ, ਸਾਨੂੰ ਕਿਸੇ ਨੇ ਕਿਹਾ 11% 'ਤੇ ਮਿਲਣੀ ਆ, ਸਾਨੂੰ ਕਿਸੇ ਨੇ ਕਿਹਾ 12% 'ਤੇ ਮਿਲਣੀ ਆ, ਤਾਂ ਬਸ ਉਹੀ ਮਿਲਣੀ ਆ।
देयर इज़ ਬੰਚ ਆਫ ਪ੍ਰੋਡਕਟਸ ਨੇਗੇ ਭਾਜੀ ਜਿਹਦੇ ਵਿੱਚ ਤੁਸੀਂ ਇੱਕ ਅੱਛਾ ਇੰਟਰਸਟ ਰੇਟ ਸਟਿਲ ਸ਼ੌਪ ਅਰਾਊਂਡ ਕਰ ਸਕਦੇ ਆ, ਤੁਸੀਂ ਫੀਸ ਲੈ ਸਕਦੇ ਆ, ਅੱਛੀ ਫਲੈਕਸੀਬਿਲਿਟੀ ਲੈ ਸਕਦੇ ਆ ਜੀ। ਤੇ ਇਨ ਕੇਸ ਅਗਰ ਤੁਹਾਡੀ ਇੱਕ ਘਰ ਦੇ ਵਿੱਚ ਐਕੁਇਟੀ ਘੱਟ ਆ, ਤੁਹਾਡੇ ਕੋਲ ਦੂਸਰਾ ਘਰ ਆ, ਤੇ ਇਦਾਂ ਦਾ ਉਹਨੂੰ ਸਟਰਕਚਰ ਕੀਤਾ ਜਾ ਸਕਦਾ ਕਿ ਦੋਨੋਂ ਪ੍ਰੋਪਰਟੀਆਂ ਨੂੰ ਮਿਲਾ ਕੇ ਲਈ ਜਾ ਸਕਦੀ ਹੈ ਜੀ। ਕਿਉਂਕਿ ਹੁਣ ਮੋਸਟਲੀ ਜਿਹੜੀਆਂ ਜੀ 'ਚ ਜ਼ਿਆਦਾ ਮੇਜਰ ਸਿਨੈਰੀਓ ਆ ਰਿਹਾ ਉਹ ਆ ਰਿਹਾ ਜੀ ਪ੍ਰੀ ਕੰਸਟਰਕਸ਼ਨਸ ਦੇ ਵਿੱਚ, ਕਿਉਂਕਿ ਪ੍ਰੀ ਕੰਸਟਰਕਸ਼ਨ ਨੇ ਜੀ ਸਮ ਬਿਲਡਰਸ ਐਕਸਟੈਂਸ਼ਨ ਨਹੀਂ ਦੇ ਰਹੇ, ਜੇ ਦੇ ਰਹੇ ਆ ਦੇ ਆਰ ਚਾਰਜ ਲਾਈਕ ਅ ਲਾਟ ਆਫ ਮਨੀ, ਤਾਂ ਫਿਰ ਉਹਨਾਂ ਨੂੰ ਕੀ ਹੋਣਾ ਆ ਜੀ, ਡੈਫੀਨੇਟਲੀ ਯੂ ਨੀਡ ਸਮ ਕਾਈਂਡ ਆਫ ਅ ਸੋਲੂਸ਼ਨ ਰਾਈਟ। ਅਗਰ ਤੁਸੀਂ ਇਹਨੂੰ ਇਹ ਕਹੋ, ਇਹਨੂੰ ਆਪਾਂ ਮੌਰਗੇਜ ਨਹੀਂ ਕਹਿ ਸਕਦੇ ਭਾਜੀ, ਇਹਨੂੰ ਕਹਿ ਸਕਦੇ ਆ ਸੋਲੂਸ਼ਨ। some need solution for 3 months, some need 6 months, some need for a year, ਠੀਕ ਹੈ ਜੀ। ਹੋ ਸਕਦਾ ਕਈ ਇਹੋ ਜਿਹੇ ਕਲਾਇੰਟਸ ਵੀ ਨੇ ਵੀ ਜਿਨ੍ਹਾਂ ਨੂੰ ਮੋਰ ਦੈਨ ਈਅਰ ਵੀ ਸੋਲੂਸ਼ਨ ਚਾਹੀਦਾ ਹੋਵੇ। ਹੁਣ ਅਗਰ ਤੁਸੀਂ ਜਾਣਦੇ ਆਪਾਂ ਕੋਈ ਕਲਾਇੰਟ ਨੂੰ ਲੈ ਕੇ ਜਾਂਦੇ ਅਗਰ ਉਹ ਏ ਲੈਂਡਰ ਦੇ ਨਹੀਂ ਕੁਆਲੀਫਾਈ ਕਰਦਾ, ਚਲੋ ਜੀ ਆਪਾਂ ਬੀ ਦੇ ਉਹਨੂੰ ਕੁਆਲੀਫਾਈ ਕਰਵਾਉਂਦੇ ਆ ਰਾਈਟ, ਕਿਉਂਕਿ ਬੀ ਦੀ ਜਿਹੜੀ ਫਲੈਕਸੀਬਿਲਿਟੀ ਆ ਜਾਂ ਰੇਸ਼ੀਓਜ਼ ਨੇ ਉਹਨਾਂ ਦੀਆਂ ਹਾਈ ਹੁੰਦੀਆਂ ਨੇ। ਅਗਰ ਤੁਸੀਂ ਬੀ ਦੇ ਕੁਆਲੀਫਾਈ ਨਹੀਂ ਕਰਦੇ, ਲਿਟਲ ਬਿਟ ਆਫ ਥਿੰਗ, ਜਿਵੇਂ ਐਗਜ਼ਾਮਪਲ ਦੇ ਦੇਵਾਂ ਵੀ ਕੋਈ ਹੈਗਾ ਵੀ ਸੈਲਫ ਇੰਪਲੋਇਡ ਹੈਵ ਟੂ ਬੀ 2 years ਕਾਰਪੋਰੇਸ਼ਨ ਹੋਣੀ ਚਾਹੀਦੀ ਹੈ ਉਹਦੀ। ਅਗਰ ਕੋਈ ਕਲਾਇੰਟ ਆਉਂਦਾ ਉਹਦੀ 1.5 ਸਾਲ ਦੀ ਕਾਰਪੋਰੇਸ਼ਨ ਆ, ਫੋਰ ਐਗਜ਼ਾਮਪਲ 1 year ਦੀ ਕਾਰਪੋਰੇਸ਼ਨ ਆ, ਤਾਂ ਭਾਜੀ ਉਹਨੂੰ ਇੰਸਟੈਡ ਆਫ ਗੋਇੰਗ ਵਿਦ ਅ ਪ੍ਰਾਈਵੇਟ ਜਿਹੜੀ ਕਿ 11, 12, 10% ਇੱਦਾਂ ਚਾਰਜ ਕਰਦੇ ਨੇ, ਵੀ ਹੈਵ ਅ ਪ੍ਰੋਡਕਟ ਜਿਹੜਾ 699 ਤੇ ਦਿੰਦਾ ਆ ਜੀ, ਐਂਡ ਇਟਸ ਪ੍ਰਾਈਵੇਟ ਐਜ਼ ਵੈਲ, ਇਟਸ 699 ਤੇ ਦਿੰਦਾ ਆ। ਤੇ ਉਹ ਕਿਉਂ ਦਿੰਦਾ? ਕਿਉਂਕਿ ਉਹ ਬੀ ਲੈਂਡਰ ਤੇ ਕਿਸੇ ਰੀਜ਼ਨ ਕਰਕੇ ਜਾਂ ਇੱਕ ਚੀਜ਼ ਕਰਕੇ, ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈ, ਉਹਦੇ ਅੰਦਰ ਵੀ ਬਹੁਤ ਆਪਸ਼ਨਸ ਨੇ। ਕਹਿਣ ਦਾ ਮਤਲਬ ਪ੍ਰਾਈਵੇਟ ਜਸਟ ਪ੍ਰਾਈਵੇਟ ਕਹਿ ਕੇ ਇਹ ਨਾ ਸੋਚਿਓ ਕਿ ਸਾਰਾ ਇੱਕੋ ਜਿਹਾ ਆ, ਉਹਦੇ ਅੰਦਰ ਬਹੁਤ ਆਪਸ਼ਨਸ ਨੇਗੀਆਂ ਜੀ। ਹੁਣ ਜਿਵੇਂ ਮੈਂ ਕਹਿ ਦਿੰਦੀ ਹਾਂ ਫਲੈਕਸੀਬਿਲਿਟੀ ਆ ਗਈ, ਫਲੈਕਸੀਬਿਲਿਟੀ ਇਨ ਦਾ ਸੈਂਸ ਕਿ ਤੁਸੀਂ ਆ ਰਹੇ ਆ, ਠੀਕ ਆ ਤੁਹਾਡਾ ਸੋਲੂਸ਼ਨ ਹੋ ਗਿਆ, ਉਹ ਜ਼ਰੂਰੀ ਨਹੀਂ ਸੋਲੂਸ਼ਨ ਤੁਸੀਂ ਸਾਲ ਲਈ ਲੈਣਾ। ਫਲੈਕਸੀਬਿਲਿਟੀ ਮੀਨਸ ਕਿ ਅਗਰ 3 ਮਹੀਨੇ ਕਲੋਜ਼, ਦੈਨ ਰੈਸਟ ਈਅਰ ਇਜ਼ ਓਪਨ, ਔਰ 6 month close, next 6 month is open। ਸੋ ਅਗਰ ਓਪਨ ਨੇ, ਉਹਦਾ ਕਹਿਣ ਦਾ ਮਤਲਬ ਕੀ ਹੈ ਵੀ ਕੱਲ੍ਹ ਨੂੰ 6 ਮਹੀਨੇ ਬਾਅਦ ਅਗਰ ਤੁਹਾਨੂੰ ਲੱਗਦਾ ਕਿ ਵੀ ਹੈਵ ਅ ਸੋਲੂਸ਼ਨ ਫॉर ਦ ਬੈਟਰ ਲੈਂਡਰ, ਅਗਰ ਉਹਨੂੰ ਅਸੀਂ ਬੈਟਰ ਲੈਂਡਰ ਦੇ ਕੋਲ ਸ਼ਿਫਟ ਕਰਦੇ ਹਾਂ, ਦੈਨ ਦੇ ਡੋਨਟ ਨੀਡ ਟੂ ਪੇ ਈਵਨ ਅ $1 ਪੈਨਲਟੀ ਔਨ ਇਟ, right? And there is an option for the lenders which you have to pay just a zero lender fee. You're not even paying a $1 of the lender fee. ਪਰ ਮੈਂ ਤਾਂ ਵੈਸੇ ਮੈਨੂੰ ਉਂਝ ਹੀ ਮੇਰੇ ਇਹਦੇ ਨਾਲ ਸੰਬੰਧਿਤ ਵੀ ਹੈ ਪਰ ਨਹੀਂ ਵੀ ਹੈ, ਖਿਆਲ ਇਹ ਆ ਰਿਹਾ ਸੀ ਕਿ ਜਿਹੜੀਆਂ ਬੈਂਕਾਂ ਵਾਲੀਆਂ ਮੌਰਗੇਜਸ ਨੇ ਉਹ ਵੀ ਜਿਹਨਾਂ ਸੱਜਣਾ ਨੇ ਸੋਚ ਸਮਝ ਕੇ ਨਹੀਂ ਲਈਆਂ, ਪ੍ਰਾਈਵੇਟ ਬਾਰੇ ਇੰਨੀ ਖੋਜ ਕਿੱਥੇ ਕਰਦੇ ਨੇ ਉਹ। ਉਹੀ ਭਾਜੀ ਪਤਾ ਕਿ ਇਹਦੇ ਵਿੱਚ ਜਿਵੇਂ ਆਪਾਂ ਕਹਿ ਲਈ ਵੀ ਮੈਂਟਲੀ ਚੀਜ਼ ਆ ਜਾਂਦੀ ਹੈ ਥੋੜ੍ਹੀ ਜਿਹੀ ਵਿੱਚ, ਕਿਉਂਕਿ ਉਹ ਇੰਨਾ ਸਟ੍ਰੈਚ ਆਊਟ ਹੋ ਚੁੱਕਿਆ ਹੁੰਦਾ ਕਲਾਇੰਟ, ਅਤੇ ਐਂਡ 'ਤੇ ਆ ਕੇ ਉਹਨਾਂ ਨੂੰ ਲੱਗਦਾ ਵੀ ਬਸ ਕਲੋਜ਼ ਕਰਾ ਦਿਓ। ਔਨ ਦੈਟ ਟਾਈਮ ਤਾਂ ਭਾਜੀ ਆਪਾਂ ਇਹ ਵੀ ਨਹੀਂ ਦੇਖਦੇ ਹੈਗੇ ਵੀ ਉਹਦੇ 'ਚ ਕੀ ਆਪਾਂ ਕਿਹੜੀਆਂ ਟਰਮਸ ਆਪਾਂ ਸਾਈਨ ਕਰ ਰਹੇ ਹਾਂ। ਸੋ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਆਪ ਨੂੰ ਉਹ ਐਜ 'ਤੇ ਨਾ ਲੈ ਕੇ ਆਓ ਵੀ ਯੈਸ ਬਸ ਹੁਣ ਆਹੀ ਸੋਲੂਸ਼ਨ ਆ ਅਤੇ ਸਾਨੂੰ ਲੈਣਾ ਪੈਣਾ ਆ, ਰਾਈਟ। ਲਾਈਕ ਅਗਰ ਤੁਹਾਨੂੰ ਪਤਾ ਵੀ ਯੈਸ ਤੁਹਾਡੀ ਏ ਲੈਂਡਰ 'ਤੇ ਨਹੀਂ ਹੋ ਰਹੀ, ਬੀ 'ਤੇ ਨਹੀਂ ਹੋ ਰਹੀ, ਦੈਨ ਯੂ ਨੀਡ ਟੂ ਸੈਟ ਵਿਦ ਐਕਸਪੀਰੀਅੰਸ ਮੌਰਗੇਜ ਬ੍ਰੋਕਰ। ਆਮ ਨਾਟ ਸੇਇੰਗ ਸੈਟ ਵਿਦ ਮੀ, ਬਟ ਜਸਟ ਜਿਹਦੇ ਨਾਲ ਵੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਦੱਸੋ ਵੀ ਦੇਖੋ ਜੀ ਅਗਰ ਮੇਰੀ ਬੀ ਦੇ ਨਹੀਂ ਹੋ ਰਹੀ ਕੀ ਪ੍ਰੋਬਲਮਸ ਨੇਗੀਆਂ, ਸੋ ਦੇ ਕੈਨ ਡਿਸਕਸ ਵਿਦ ਯੂ ਵੀ ਆਹ ਪ੍ਰੋਬਲਮਸ ਨੇ ਭਾਜੀ ਤੁਹਾਡੀ ਜਾਂ ਭੈਣ ਜੀ ਤੁਹਾਡੀ ਤਾਂ ਨਹੀਂ ਹੋ ਰਹੀ ਹੈਗੀ। ਸੋ ਦੇ ਨੀਡ ਟੂ ਫਿਗਰ ਇਟ ਆਊਟ ਵੀ ਇਹ ਤੋਂ ਇਲਾਵਾ ਕਿਹੜਾ ਸੋਲੂਸ਼ਨ ਆ। ਗੱਲ ਤਾਂ ਹੈ ਕਿ ਪੈਨਿਕ ਹੀ ਨਹੀਂ ਹੋਣਾ, ਯੈਸ, ਸੋ ਸੋਚ ਵਿਚਾਰ ਕਰਨੀ। ਲਖਵੀਰ ਜੀ ਮੈਂ ਤਾਂ ਵੈਸੇ ਇਹ ਸਮਝਦਾ ਸੀ ਵੀ ਪ੍ਰਾਈਵੇਟ ਮੌਰਗੇਜ ਦਾ ਮਤਲਬ ਜੇ ਮੈਂ ਤੁਹਾਡੇ ਕੋਲੋਂ ਪੈਸੇ ਲੈਣੇ ਹੋਣ, ਪਰ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਅਸਲ 'ਚ ਇੰਨੀ ਗੱਲ ਨਹੀਂ ਆ। ਭਾਜੀ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਦੱਸਣਾ ਚਾਹੁੰਦੀ ਇਹਨੂੰ। ਪ੍ਰਾਈਵੇਟ ਮੌਰਗੇਜ ਭਾਜੀ 2 ਤਰ੍ਹਾਂ ਦੀ ਹੁੰਦੀ ਆ। ਇੱਕ ਹੁੰਦੀ ਆ ਮਿਕ ਕਾਰਪੋਰੇਸ਼ਨਸ ਵਿਚ ਇਜ਼ ਲਾਈਕ ਇੰਸਟੀਟਿਊਟਸ ਹੁੰਦੇ ਆ, ਇੱਕ ਹੁੰਦੀ ਆ ਜੀ ਪਿਓਰ ਪ੍ਰਾਈਵੇਟਸ ਲਾਈਕ ਯੂ ਐਂਡ ਮੀ। ਅਤੇ ਓਬਵੀਅਸਲੀ ਆ ਜਿਹੜਾ ਜੀ ਯੂ ਐਂਡ ਮੀ ਦਾ ਸੈਂਸ ਇਹ ਹੋ ਗਿਆ ਕਿ ਜਦੋਂ ਤੁਸੀਂ ਇੱਕ ਮਿਕ ਕਾਰਪੋਰੇਸ਼ਨ ਕੋਲ ਜਾਂਦੇ ਹੋ, ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਗਿਆ, ਪ੍ਰਾਈਵੇਟ ਮੌਰਗੇਜ ਇੱਕ ਟੈਂਪਰੇਰੀ ਸੋਲੂਸ਼ਨ ਹੁੰਦਾ ਆ। 1 year ਦਾ ਵੀ ਹੋ ਸਕਦਾ, 2 ਦਾ ਵੀ ਹੋ ਸਕਦਾ, ਮੈਕਸ 3 ਦਾ ਵੀ ਹੋ ਸਕਦਾ, 6 ਮਹੀਨੇ ਦਾ ਵੀ ਹੋ ਸਕਦਾ ਆ, ਠੀਕ ਹੈ ਜੀ। ਸੋ ਇਹ ਸੋਲੂਸ਼ਨਸ ਹੁੰਦੇ ਆ। ਸੋਲੂਸ਼ਨਸ ਕਿੱਥੇ ਲਏ ਜਾਂਦੇ ਆ ਵੀ ਜੇ ਇਨ ਕੇਸ ਟਾਈਮ 'ਤੇ ਤੁਹਾਡੀ ਕਲੋਜ਼ਿੰਗ ਨਹੀਂ ਹੋ ਰਹੀ ਹੈਗੀ, ਕਿਸੇ ਚੀਜ਼ ਕਰਕੇ ਤੁਹਾਡੀ ਕੁਆਲੀਫਿਕੇਸ਼ਨ ਡਾਊਨ ਆ, ਜਾਂ ਕਹਿ ਲਓ ਵੀ ਆਪਾਂ ਇਨ ਫਿਊਚਰ ਕਿਸੇ ਲਿਟੀਗੇਸ਼ਨ 'ਚ ਨਹੀਂ ਪੈਣਾ ਚਾਹੁੰਦੇ ਹੈਗੇ, ਸੋ ਵੀ ਕਲੋਜ਼ ਦੈਟ ਪ੍ਰੋਪਰਟੀ, ਰਾਈਟ। ਅਤੇ ਇੱਕ ਹੁੰਦੇ ਆ ਜੀ ਪਿਓਰ ਪ੍ਰਾਈਵੇਟਸ। ਪਿਓਰ ਪ੍ਰਾਈਵੇਟਸ ਕਿਵੇਂ ਹੁੰਦੇ ਆ ਕਿ ਅਗਰ ਕਿਸੇ ਕੋਲ 5 ਲੱਖ ਪਿਆ, 6 ਲੱਖ ਪਿਆ, ਤੁਸੀਂ ਉਹ ਰਜਿਸਟਰ ਕਰ ਦਿੰਦੇ ਹੋ, ਉੱਥੇ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ ਜੀ। ਦੇ ਨਾਟ ਈਵਨ ਆਸਕ ਅ ਸਿੰਗਲ ਡਾਕੂਮੈਂਟ, ਰਾਈਟ। ਬਟ ਅਗਰ ਦੇਖਿਆ ਜਾਵੇ ਵੀ ਜਿਹੜੇ ਮਿਕ ਕਾਰਪੋਰੇਸ਼ਨਸ ਆ ਭਾਜੀ, ਉਹਨਾਂ ਦਾ ਇਹ ਹੁੰਦਾ ਆ ਕਿ ਉਹ ਤੁਹਾਡੀ ਪ੍ਰੋਪਰਟੀ ਦੇ ਮਗਰ ਨਹੀਂ ਹੁੰਦੇ, ਦੇ ਜਸਟ ਗਿਵ ਯੂ ਦਾ ਸੋਲੂਸ਼ਨ। ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਕੱਲ੍ਹ ਨੂੰ ਤੁਹਾਡੀ ਕੋਈ ਪ੍ਰੋਪਰਟੀ ਹੜਪ ਕਰਨੀ ਹੈ, ਨੋ, ਦੇ ਜਸਟ ਗਿਵ ਯੂ ਦਾ ਸੋਲੂਸ਼ਨਸ। ਉਹ ਸੋਲੂਸ਼ਨ ਜਦੋਂ ਸਾਨੂੰ ਦਿੰਦੇ ਆ ਉਹ ਤੋਂ ਪਹਿਲਾਂ ਉਹ ਐਗਜ਼ੈਕਟ ਪਾਲਿਸੀ ਸਾਤੋਂ ਮੰਗਦੇ ਆ, ਪ੍ਰੋਸੀਜਰ ਮੰਗਦੇ ਆ ਵੀ ਤੁਸੀਂ ਇਹ ਸਟ੍ਰੈਟਜੀ। ਪ੍ਰੋਪਰਟੀ ਤਾਂ ਬੈਂਕ ਵੀ ਨਹੀਂ ਛੱਡਦੇ, ਡੈਫੀਨੇਟਲੀ ਇਹ ਵੀ ਝੂਠੀ ਤਸੱਲੀ ਨਹੀਂ, ਉਹ ਤਾਂ ਹੈਗਾ ਹੀ ਆ। ਬਟ ਗੱਲ ਇਹ ਆ ਜਾਂਦੀ ਵੀ ਅਗਰ ਆਪਾਂ ਕਹੀਏ ਵੀ ਬੈਂਕ ਜਾਂ ਕੋਈ ਵੀ ਉਹ ਆਪਣੀ ਪ੍ਰੋਪਰਟੀ ਦੇ ਮਗਰ ਆ, ਨਹੀਂ ਜੀ, ਤਾਂ ਡੈਫੀਨੇਟਲੀ ਓਬਵੀਅਸਲੀ ਫਿਰ ਤਾਂ ਹੈਗਾ ਹੀ। ਅਗਰ ਤੁਸੀਂ ਨਹੀਂ ਕਰੋਗੇ ਪੇਮੈਂਟ ਜਾਂ ਡਿਫੋਲਟ ਕਰੋਗੇ, ਫਿਰ ਤਾਂ ਡੈਫੀਨੇਟਲੀ ਦੇ ਵਿਲ ਗੋ ਬਿਹਾਈਂਡ ਦਾ ਪ੍ਰੋਪਰਟੀ। ਤਾਂ ਹੀ ਤਾਂ ਭਾਜੀ ਕੁਆਲੀਫਿਕੇਸ਼ਨ ਆਉਂਦੀ ਆ, ਕਿਉਂਕਿ ਉਹਨਾਂ ਨੇ ਤੁਹਾਡੀ ਪ੍ਰੋਪਰਟੀ ਦੇਖਣੀ ਹੈ, ਤੁਹਾਡੀ ਕੁਆਲੀਫਿਕੇਸ਼ਨ ਦੇਖਣੀ ਹੈ, ਦੈਟਸ ਵਾਈ ਦੇ ਗਿਵ ਯੂ ਦਾ ਮੌਰਗੇਜ, ਰਾਈਟ। ਸੋ ਜਿਹੜੇ ਹੁੰਦੇ ਆ ਪਿਓਰ ਪ੍ਰਾਈਵੇਟਸ ਦਾ ਮਤਲਬ ਮੈਨੂੰ ਚਲੋ ਬਾਹਲਾ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਇਹਦੇ 'ਚ। ਪਿਓਰ ਪ੍ਰਾਈਵੇਟ ਦਾ ਮਤਲਬ ਹੁੰਦਾ ਹੁਣ ਜਿਹਨੇ
ਪੈਸੇ ਹੀ ਚੱਕ ਕੇ ਲਾਈਨ ਆਫ ਕ੍ਰੈਡਿਟ ਤੋਂ ਦਿੱਤੇ ਆ, ਜਿਹਦੇ ਕੋਲ ਪੈਸੇ ਹੀ 2 ਲੱਖ 3 ਲੱਖ ਪਿਆ ਸੀ, ਚੱਕ ਕੇ ਅੱਗੇ ਇਨਵੈਸਟ ਕਰਤਾ, ਕੱਲ੍ਹ ਨੂੰ ਉਹ ਰੀਨਿਊ ਕਰਨਾ ਹੋਵੇ ਉਹ ਤਾਂ ਰੀਨਿਊ ਕਰੂਗਾ ਹੀ ਨਹੀਂ, ਕਿਉਂਕਿ ਦੇ ਨੀਡ ਦੇਅਰ ਮਨੀ ਬੈਕ। ਤੇ ਹੁਣ ਮੇਰੇ ਕੋਲ ਕਈ ਵਾਰੀ ਇਹੋ ਜਿਹੇ ਮੌਰਗੇਜ ਦੇ ਕੇਸਿਸ ਆਏ ਨੇ ਵੀ ਜਿਹਦੇ ਵਿੱਚ ਮੈਂ ਕਿਹਾ ਵੀ ਤੁਸੀਂ ਰੀਨਿਊ ਕਰਾਓ, ਕਿਉਂਕਿ ਹੁਣ ਕੋਈ ਤੁਹਾਡੇ ਕੋਲ ਹਜੇ ਇਸ ਟਾਈਮ ਕੋਈ ਬੈਟਰ ਸੋਲੂਸ਼ਨ ਨਹੀਂ ਹੈਗਾ, ਰਾਈਟ। ਔਰ ਦੇ ਸੈਡ ਕਿ ਅੱਗੇ ਲੈਂਡਰ ਸਾਡਾ ਰੀਨਿਊ ਨਹੀਂ ਕਰ ਰਿਹਾ ਹੈਗਾ, ਠੀਕ ਹੈ। ਹੁਣ ਮੇਰੇ ਕੋਲ ਇੱਕ ਰੀਸੈਂਟਲੀ ਕਲਾਇੰਟ ਆਇਆ ਜੀ, ਉਹਨਾਂ ਨੂੰ ਬੈਟਰ ਸੋਲੂਸ਼ਨ ਮਿਲ ਸਕਦਾ ਸੀ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਆ, ਉਹਨਾਂ ਨੇ ਜੂਨ ਦੇ ਵਿੱਚ ਲਿਆ ਸੀਗਾ ਤੇ ਉਹਨਾਂ ਨੂੰ ਜੀ ਸੋਲੂਸ਼ਨ ਦਿੱਤਾ ਗਿਆ, ਬਟ ਉਹ ਅੱਗੇ ਇਹ ਨਹੀਂ ਦੇਖਿਆ ਗਿਆ ਵੀ ਸੋਲੂਸ਼ਨ ਦਾ ਮਤਲਬ ਇਹ ਨਹੀਂ ਹੈਗਾ ਵੀ ਅੱਜ ਲੈ ਲਿਆ ਤਾਂ ਚੈਪਟਰ ਫਿਨਿਸ਼। ਸੋਲੂਸ਼ਨ ਦਾ ਮਤਲਬ ਇਹ ਆ ਵੀ ਤੁਸੀਂ ਅੱਜ ਲੈ ਰਹੇ ਹੋ, ਪਰ ਉਹ ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਸੀਂ ਉਹਨੂੰ ਦੇਖਣਾ ਵੀ ਅਸੀਂ ਇਹਦੇ ਵਿੱਚੋਂ ਨਿਕਲਣਾ ਕਿਵੇਂ ਆ। ਅਗਰ ਅਸੀਂ ਨਿਕਲ ਨਹੀਂ ਪਾ ਰਹੇ, ਅਸੀਂ ਇਹਨੂੰ ਅੱਗੇ ਰੀਨਿਊ ਕਰਾਉਣਾ ਆ, ਤਾਂ ਫਿਰ ਉਹ ਰੀਨਿਊ ਦੀਆਂ ਟਰਮਸ ਕਿਹਨੇ ਦੇਖਣੀਆਂ ਨੇਗੀਆਂ। ਤੇ ਉਹ ਹੁਣ ਭਾਜੀ ਜਦੋਂ ਆਏ ਮੇਰੇ ਕੋਲ, ਉਹਨਾਂ ਦਾ 1199 ਤੇ ਉਹਨਾਂ ਦੀ ਰੀਨਿਊਵਲ ਆਈ ਆ, ਆਈ ਥਿੰਕ 12,000 ਸਮਥਿੰਗ ਉਹਨਾਂ ਨੇ ਰੀਨਿਊਵਲ ਫੀ ਪੇ ਕਰਨੀ ਹੈ। ਐਂਡ ਉਹ ਉਹਨਾਂ ਦੀ ਜਿਹੜੀ ਹਾਊਸ ਹੋਲਡ ਇਨਕਮ ਆ ਦੋਨਾਂ ਦੀ ਟੁਗੈਦਰ ਦੇ ਆਰ ਮੇਕਿੰਗ ਓਨਲੀ 4,500, ਉਹ ਵੀ ਕੋਈ ਐਗਜ਼ੈਕਟ ਨਹੀਂ ਹੈਗੀ। ਐਂਡ ਜਿਹੜੀ ਉਹਨਾਂ ਦੀ ਪੇਮੈਂਟ ਬਣਨੀ ਉਹ 8,400 ਬਣਨੀ ਆ। ਸੋ ਹਾਊ ਦੇ ਗੋਨਾ ਪੇ ਇਟ। ਤੇ ਉਹ ਹੁਣ ਉਹ ਬਾਹਰ ਵੀ ਨਹੀਂ ਨਿਕਲ ਸਕਦੇ, ਰੀਜ਼ਨ ਬੀਇੰਗ ਕਿਉਂਕਿ ਅਪਰੇਜ਼ਲ ਵੈਲਿਊ ਨਹੀਂ ਆਉਣੀ। ਹਾਂਜੀ। ਸੋ ਇਟਸ ਵੈਰੀ ਵੈਰੀ ਕ੍ਰਿਟੀਕਲ। ਸੋ ਉਹੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਵੀ ਪਿਓਰ ਪ੍ਰਾਈਵੇਟ ਦੇ ਵਿੱਚ ਅਗਰ ਤੁਸੀਂ, ਆਪਾਂ ਜਾਣਦੇ ਕਿਉਂ, ਕਿਉਂਕਿ ਆਪਣੀ ਕੁਆਲੀਫਿਕੇਸ਼ਨ ਮੈਚ ਨਹੀਂ ਕਰਦੀ ਫॉर A ਔਰ B ਲੈਂਡਰ, ਰਾਈਟ। ਬਟ ਪਿਓਰ ਪ੍ਰਾਈਵੇਟ ਦੇ ਵਿੱਚ ਜਾਂ ਜਿਹੜੇ ਪ੍ਰਾਈਵੇਟ ਆਪਾਂ ਕਹਿ ਦਿੰਦੇ ਹਾਂ ਮਿਕ ਕਾਰਪੋਰੇਸ਼ਨਸ, ਉਹਦੇ ਵਿੱਚ ਵੀ ਡਿਫਰੈਂਟ ਪ੍ਰੋਡਕਟਸ ਆਉਂਦੇ ਆ, ਠੀਕ ਹੈ ਜੀ। ਥੋੜੀ ਫਲੈਕਸੀਬਿਲਿਟੀ ਤੁਸੀਂ ਅਕੋਰਡਿੰਗ ਲੈ ਸਕਦੇ ਆ, $0 ਲੈਂਡਰ ਫੀ ਦੇ ਉੱਤੇ ਤੁਹਾਨੂੰ ਮਿਲਦਾ ਆ, ਠੀਕ ਹੈ ਜੀ। ਤੁਹਾਡੇ ਕੋਲ ਅਗਰ ਇੱਕ ਘਰ 'ਚ ਐਕੁਇਟੀ ਨਹੀਂ ਹੈਗੀ, ਦੂਸਰੇ 'ਚ ਹੈਗੀ, ਵੀ ਕੈਨ ਕੰਬਾਈਨ ਇਟ, ਦੈਨ ਵੀ ਕੈਨ ਗੈਟ ਯੂ ਦ ਸੋਲੂਸ਼ਨ। ਪ੍ਰਾਈਵੇਟ ਦਾ ਤੇ ਬੈਂਕਾਂ ਦਾ? ਪ੍ਰਾਈਵੇਟ ਦੇ ਵਿੱਚ ਇਹ ਆਂਦੀ ਬੈਂਕ ਜੀ ਦੇ ਵਿਲ ਗੋ ਪੈਨੀ ਬਾਏ ਪੈਨੀ ਔਨ ਯਰ ਇਨਕਮ। ਉਹਨਾਂ ਨੇ ਤੁਹਾਡੀ ਨੋਟਿਸ ਆਫ ਅਸੈਸਮੈਂਟਸ ਐਵਰੀਥਿੰਗ ਦੇ ਬੇਸ 'ਤੇ ਜੋ ਤੁਸੀਂ ਬਣਾ ਰਹੇ ਹੋ ਐਗਜ਼ੈਕਟ ਉਹਦੇ ਬੇਸ 'ਤੇ ਕੁਆਲੀਫਿਕੇਸ਼ਨ ਕੱਢਣੀ ਆ। ਜਿਹੜੇ ਪਿਓਰ ਪ੍ਰਾਈਵੇਟਸ ਹੁੰਦੇ ਆ ਜੀ, ਉਹਨਾਂ ਦਾ ਪਿਓਰ ਪ੍ਰਾਈਵੇਟਸ ਹੋ ਗਏ ਜਿਵੇਂ ਤੁਸੀਂ ਔਰ ਮੈਂ ਹੋ ਗਏ, ਵੀ ਆਰ ਨਾਟ ਆਸਕਿੰਗ ਐਨੀਥਿੰਗ, ਦੈਨ ਦੇ ਵਿਲ ਗੈਟ ਦ ਮਨੀ, ਠੀਕ ਹੈ ਜੀ। ਅਤੇ ਜਿਹੜੇ ਮਿਕ ਕਾਰਪੋਰੇਸ਼ਨਸ ਹੁੰਦੇ ਆ, ਹੁਣ ਭਾਜੀ ਉਹ ਅਫੋਰਡੇਬਿਲਿਟੀ ਵੀ ਤੁਹਾਡੀ ਚੈੱਕ ਕਰਦੇ ਆ, ਵੀ ਤੁਹਾਡੀ ਬੈਂਕ ਦੀ ਕੈਸ਼ ਫਲੋ ਦੇਖਦੇ ਆ ਵੀ ਓਕੇ ਇਫ ਵੀ ਆਰ ਨਾਟ ਆਸਕਿੰਗ ਦ ਕੁਆਲੀਫਿਕੇਸ਼ਨ ਬਟ ਵੀ ਨੀਡ ਟੂ ਸੀ ਯੂਰ ਅਫੋਰਡੇਬਿਲਿਟੀ। ਜਿਹੜਾ ਡਿਫਰੈਂਸ ਹੁੰਦਾ ਉਹੀ ਹੁੰਦਾ ਜੀ, ਅਗਰ ਤੁਸੀਂ A ਲੈਂਡਰ ਦੇ ਕੁਆਲੀਫਾਈ ਨਹੀਂ ਕਰਦੇ, ਤੁਸੀਂ B ਦੇ ਆਉਂਦੇ ਆ, B ਦੇ ਨਹੀਂ ਕੁਆਲੀਫਾਈ ਕਰਦੇ ਤਾਂ ਤੁਸੀਂ ਮਿਕ ਕਾਰਪੋਰੇਸ਼ਨ ਦੇ ਆਉਂਦੇ ਆ, ਦੈਨ ਉੱਥੇ ਨਹੀਂ ਕੁਆਲੀਫਾਈ ਕਰਦੇ ਤੁਸੀਂ ਪਿਓਰ ਪ੍ਰਾਈਵੇਟ ਤੇ ਆਉਂਦੇ ਆ। ਸੋ ਬੇਸਿਕਲੀ ਰੇਟ ਆਫ ਇੰਟਰਸਟ ਦਾ ਫਰਕ ਹੀ ਹੋਇਆ। ਰੇਟ ਆਫ ਇੰਟਰਸਟ ਹੁੰਦਾ ਜੀ, ਲੈਂਡਰ ਫੀ ਹੁੰਦੀ ਆ, ਰੀਨਿਊਵਲ ਇਟਸ ਵੈਰੀ ਐਕਸਪੈਂਸਿਵ ਐਜ਼ ਵੈਲ ਇਨ ਕੇਸ ਅਗਰ ਕੋਈ ਰੀਨਿਊ ਕਰਨੀ ਪੈ ਜਾਵੇ ਕਿਸੇ ਨੂੰ। ਦੋ ਚੀਜ਼ਾਂ, ਇੱਕ ਜਿਹੜੀ ਲੈਂਡਰ ਫੀਸ ਜਿਹੜੀ ਕਿ ਅੱਛੀ ਖਾਸੀ ਹੁੰਦੀ ਹੈ ਡੈਫੀਨੇਟਲੀ ਜੀ। ਹੁਣ ਮੈਂ ਉਹੀ ਐਗਜ਼ਾਮਪਲ ਦੇ ਰਹੀ ਹਾਂ ਵੀ ਇੱਕ ਪਾਸੇ ਲੈਂਡਰ ਹੈਗਾ ਜਿਹੜਾ 3 ਤੋਂ 4% ਲੈਂਡਰ ਫੀ ਚਾਰਜ ਕਰਦਾ, ਇੱਕ ਪਾਸੇ 2 ਚਾਰਜ ਕਰਦਾ, ਇੱਕ ਪਾਸੇ ਉਹ ਬਿਲਕੁਲ ਵੀ ਨਹੀਂ ਚਾਰਜ ਕਰ ਰਿਹਾ ਹੈਗਾ। ਸੋ ਇਟਸ ਡਿਪੈਂਡ ਅਪਨ ਦਾ ਮੌਰਗੇਜ ਪਰਸਨ ਜਿਹਦੇ ਨਾਲ ਤੁਸੀਂ ਡੀਲ ਕਰਦੇ ਹੋ, ਵੀ ਉਹ ਤੁਹਾਡੇ ਲਈ ਕਿੰਨਾ ਡਿਗ ਇਨ ਕਰਕੇ ਅਕੋਰਡਿੰਗ ਟੂ ਯੂਰ ਸਿਨੈਰੀਓ ਕੀ ਤੁਹਾਨੂੰ ਪ੍ਰੋਡਕਟ ਆਫਰ ਕੀਤਾ ਜਾਂਦਾ ਹੈ। ਸੋ ਇਹ ਉਹਨਾਂ ਵਾਸਤੇ ਆ ਜਿਹੜੇ ਫਸੇ ਹੋਏ ਨੇ। ਤੇ ਮੈਂ ਕਹਿਣ ਦੀ ਕੋਸ਼ਿਸ਼ ਇਹ ਕਰ ਰਹੀ ਹਾਂ, ਰੀਜ਼ਨ ਬੀਇੰਗ ਕਿਉਂ ਮੈਂ ਅੱਜ ਆ ਕੇ ਇਹ ਡਿਸਕਸ ਕੀਤਾ ਵੀ ਇਹ ਨਹੀਂ ਹੈਗਾ ਵੀ ਅਗਰ ਤੁਸੀਂ ਲੈ ਲਈ ਆ ਮੌਰਗੇਜ ਜਾਂ ਤੁਹਾਡੀ ਕਮਿਟਮੈਂਟ ਹੋ ਗਈ ਆ ਤਾਂ ਇਹ ਹੁੰਦਾ ਵੀ ਨਹੀਂ ਜੀ ਮਾਈਂਡ ਕਿਤੇ ਨਾ ਕਿਤੇ ਸੈੱਟ ਹੁੰਦਾ ਪਿਓਰ ਪ੍ਰਾਈਵੇਟ ਆ ਜਾਂ ਪ੍ਰਾਈਵੇਟ ਆ ਜੀ ਇਹ ਤਾਂ 12-13 ਤੇ ਮਿਲਣੀ ਆ, ਸਾਨੂੰ ਘੱਟ ਨਹੀਂ ਮਿਲਣੀ। ਯੂ ਹੈਵ ਦ ਆਪਸ਼ਨ। ਸੋ ਮੈਂ ਕਹਿੰਦੀ ਹਾਂ ਵੀ ਸੈਕਿੰਡ ਥਾਟ ਜ਼ਰੂਰ ਲਵੋ ਉਹ ਚੀਜ਼ 'ਤੇ ਬਿਫੋਰ ਯੂ ਗੋ ਇਨ। ਸੋ ਵਿਦਨ ਜਿਹੜਾ ਇਹ ਏਰੀਆ ਹੈ ਪ੍ਰਾਈਵੇਟ ਵਾਲਾ, ਇਹਦੇ ਅੰਦਰ ਵੀ ਆਪਸ਼ਨਸ ਹੈਗੀਆਂ ਨੇ ਜੀ, ਜਿਹਦੇ 'ਚ ਰੇਟ ਆਫ ਇੰਟਰਸਟ ਕਾਫੀ ਘੱਟ ਹੋ ਸਕਦਾ, ਜਿਹਦੇ 'ਚ ਲੈਂਡਰ ਫੀਸ ਘੱਟ ਹੋ ਸਕਦੀ ਹੈ। ਯੈਸ। ਸੋ ਉਹ ਚੀਜ਼ ਲਾਈਕ ਦੇਖੋ ਕਿਉਂ, ਪਹਿਲੀ ਗੱਲ ਤਾਂ ਭਾਜੀ ਪ੍ਰੋਪਰਟੀ ਕਿਹਦੀ ਆ, ਕਲਾਇੰਟ ਦੀ। ਪੇ ਕਿਹਨੇ ਕਰਨਾ ਆ, ਇੰਟਰਸਟ ਕਲਾਇੰਟ ਨੇ ਪੇ ਕਰਨਾ ਆ। ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਆ ਰੀਨਿਊਵਲ ਫੀ 'ਤੇ ਜਾਂ ਵਟ ਐਵਰ, ਕਿਹਨੇ ਸਟਕ ਹੋਣਾ, ਕਲਾਇੰਟ ਨੇ ਹੋਣਾ। ਅਗਰ ਇਹ ਸਾਰੀਆਂ ਚੀਜ਼ਾਂ ਯੈਸ ਚਾਹੁੰਦੀਆਂ ਨੇ ਦੈਨ ਆਈ ਸਟਰੋਂਗਲੀ ਸੁਜੈਸਟ ਕਲਾਇੰਟ ਨੂੰ ਕਿ ਤੁਸੀਂ ਜਾਂ ਸਾਰੀ ਜਿਹੜੇ ਕਾਮਨ ਪਰਸਨ ਆ ਜੀ ਉਹਨੂੰ ਮੈਂ ਕਹੂੰਗੀ ਵੀ ਤੁਸੀਂ ਸੈਕਿੰਡ ਓਪੀਨੀਅਨ ਜ਼ਰੂਰ ਲਵੋ, ਬੈਠ ਕੇ ਸਿਟ ਕਰੋ, ਪੁੱਛੋ ਵੀ ਕੀ ਪ੍ਰੋਬਲਮ ਸੀਗੀ ਅਤੇ ਇਹੀ ਇੱਕ ਪ੍ਰੋਡਕਟ ਕਿਉਂ ਸਾਨੂੰ ਆਫਰ ਕੀਤਾ ਜਾ ਰਿਹਾ। ਵੀ ਹੈਵ ਦ ਅਦਰ ਪ੍ਰੋਡਕਟਸ ਐਜ਼ ਵੈਲ, ਕਿਉਂਕਿ ਐਂਡ ਆਫ ਦਾ ਡੇ ਭਾਜੀ ਕਿਹਨੇ ਪਿਸਣਾ ਆ, ਕਾਮਨ ਪਰਸਨ ਨੇ ਪਿਸਣਾ ਆ। ਬਿਲਕੁਲ ਠੀਕ ਹੈ ਨਾ। ਹੁਣ ਅਗਰ ਤੁਸੀਂ ਦੇਖੋ ਜੀ ਮੋਸਟਲੀ ਜਿਹਨੂੰ ਮਰਜ਼ੀ ਫੜ ਲਈਏ, ਹਰੇਕ ਨੂੰ ਆ ਜੀ ਮੈਂ 7 ਦਿਨ ਕੰਮ ਕਰਦਾ ਜੀ ਜਾਂ ਮੈਂ 7 ਦਿਨ ਕੰਮ ਕਰਦੀ ਹਾਂ। ਸੋ ਕਹਿ ਲਓ ਵੀ ਆਪਾਂ ਪੈਸੇ ਪਿੱਛੇ ਭੱਜਦੇ ਪਏ ਹਾਂ, ਰਾਈਟ। ਅਤੇ ਉਹ ਪੈਸੇ ਪਿੱਛੇ ਆਪਾਂ ਭੱਜਦੇ ਤਾਂ ਪਏ ਹਾਂ, ਪਰ ਪੈਸਾ ਜੇ ਸਹੀ 'ਤੇ ਨਹੀਂ ਹੈਗੀ ਤਾਂ ਪੈਸਾ ਆਪਾਂ ਕੀ ਕਰਨਾ ਆ। ਘਰਾਂ ਦੀ ਨੌਕਰੀ ਕਰ ਰਹੇ ਹਾਂ ਜਾਂ ਹੁਣ ਉਹੀ ਲਾਈਕ ਆਈ ਅੰਡਰਸਟੈਂਡ, ਚਲੋ ਕਹਿੰਦੇ ਮਾਰਕੀਟ ਦੇ ਨਾਲ ਫਲੋ ਚੱਲਦਾ, ਨਥਿੰਗ ਰੋਂਗ ਵਿਦ ਇਟ, ਕਿਉਂਕਿ ਕਾਮਨ ਪਰਸਨ ਆ ਭਾਜੀ। ਹੁਣ ਜੇ ਮੈਂ ਐਜ਼ ਅ ਮੌਰਗੇਜ ਸੋਚਦੀ ਹਾਂ, ਮੈਂ ਇਹ ਨਹੀਂ ਕਹਿ ਸਕਦੀ ਤੁਸੀਂ ਮੇਰੇ ਅਕੋਰਡਿੰਗ ਸੋਚੋ, ਰਾਈਟ। ਸੋ ਇਟਸ ਲਾਈਕ ਅ ਬਿਜ਼ਨਸ। ਠੀਕ ਹੈ, ਜੇ ਬਿਜ਼ਨਸ ਬਣਿਆ ਤਾਂ ਬਣਿਆ, ਪਰ ਐਟਲੀਸਟ ਬਿਜ਼ਨਸ ਵੀ ਉਹ ਕਰੋ ਨਾ ਜਿਹੜਾ ਪ੍ਰੋਫਿਟੇਬਿਲਿਟੀ ਦੇ ਵਿੱਚ ਹੋਵੇ। ਅਤੇ ਸੁਮਿਤ ਮਨਚੰਦਾ ਲਿਖ ਰਹੇ ਨੇ ਕਿ ਜਿਹੜਾ ਪ੍ਰਾਈਵੇਟ ਮੌਰਗੇਜ, ਜਿਵੇਂ ਪਿੱਛੇ ਆਪਣੇ ਜਿੱਥੋਂ ਆਏ ਆਪਾਂ ਉੱਥੇ ਆੜ੍ਹਤੀ ਹੁੰਦੇ ਸੀ, ਇਹ ਉਸ ਤਰ੍ਹਾਂ ਦੀ ਚੀਜ਼ ਹੈ। ਹਾਂਜੀ, ਠੀਕ ਹੈ ਜੀ ਗੱਲ। ਡੈਫੀਨੇਟਲੀ ਜੀ, ਹੈ ਸਹੀ ਗੱਲ ਆ। ਪਰ ਲਾਈਕ ਮੈਂ ਇਹਦਾ ਮਤਲਬ ਆਪਾਂ ਨੂੰ ਤਾਂ ਫਿਰ ਪ੍ਰਾਈਵੇਟ ਮੌਰਗੇਜ ਦਾ ਬਹੁਤ ਐਕਸਪੀਰੀਅੰਸ ਹੈ।
ਸਹੀ ਗੱਲ ਹੈ ਜੀ। ਤਾਂ ਹੀ ਤਾਂ ਫਿਰ ਐਂਡ ਤੇ ਆ ਕੇ ਭਾਜੀ ਨਿਕਲਣਾ ਸਹੀ ਰਾਹ ਹੁੰਦਾ ਆ, ਬਟ ਉਹ ਨਿਕਲਦੇ ਨਹੀਂ ਸਹੀ ਰਾਹ ਆ ਕੇ ਫਿਰ ਕਿਹਦੇ ਕੋਲ ਫਸ ਜਾਂਦੇ ਨੇ, ਆੜਤੀਏ ਦੇ ਕੋਲ। ਫਿਰ ਕਸੂਰ ਕਾਹਦਾ ਕੱਢ ਦੇਣਾ ਆਪਾਂ, ਆੜਤੀਏ ਦਾ ਕੱਢਣਾ, ਪਰ ਆੜਤੀਏ ਦਾ ਤਾਂ ਕਸੂਰੇ 'ਚ ਹੈ ਨਹੀਂਗਾ। ਆੜਤੀਏ ਤਾਂ ਆਪਣੀ ਹੱਟੀ ਲੈ ਕੇ ਬੈਠਾ ਆ ਵੀ ਆਓ, ਨਹੀਂ ਤੁਹਾਨੂੰ ਕਿਤੇ ਮਿਲਦੀ ਮੈਂ ਦੇ ਦਿੰਦਾ ਪੈਸੇ, ਪਰ ਉਹ 'ਚ ਡਿਲੇ ਕੌਣ ਆਇਆ, ਕੌਣ ਉਹਨਾਂ ਦੇ ਕੋਲ, ਕਲਾਇੰਟ ਗਿਆ ਆ, ਰਾਈਟ। ਹੁਣ ਇੱਕ ਮੈਂ ਐਗਜ਼ਾਮਪਲ ਦਿੰਦੀ ਹਾਂ ਜੀ, ਮੇਰੇ ਕੋਲ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਹੁਣੇ ਰੀਨਿਊਵਲ ਆ ਰਹੀ ਆ, ਜਦੋਂ ਮੈਂ ਉਹਨਾਂ ਦਾ ਬੈਕ ਐਂਡ ਦੇਖਿਆ ਜੀ, ਉਹ ਭਾਜੀ ਅੱਜ ਤੋਂ 6 ਮਹੀਨੇ ਪਹਿਲਾਂ ਬੀ ਲੈਂਡਰ ਦੇ ਵਿੱਚ ਆਰਾਮ ਨਾਲ ਕੁਆਲੀਫਾਈ ਕਰ ਸਕਦੇ ਸੀ, ਆਰਾਮ ਦੇ ਨਾਲ। ਬਟ ਆਰ ਐਨ ਓ ਕੀ ਰੀਜ਼ਨ ਆ, ਚਲੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦੀ ਹੈਗੀ, ਬਟ ਕੀ ਹੋਇਆ ਕਿ ਉਹਨਾਂ ਨੂੰ ਉੱਥੇ ਬੀ ਲੈਂਡਰ ਦੇ ਲੈਂਡਿੰਗ ਨਹੀਂ ਦਿੱਤੀ ਗਈ ਹੈਗੀ ਜਾਂ ਨਹੀਂ ਦਵਾਈ ਗਈ ਹੈਗੀ, ਅਤੇ ਉਹਨਾਂ ਨੂੰ ਜੀ ਇੱਕ ਮਿਕ ਕਾਰਪੋਰੇਸ਼ਨ ਦੇ ਵਿੱਚ ਬਾੜਿਆ ਗਿਆ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਿਕ ਕਾਰਪੋਰੇਸ਼ਨ ਦੇ ਵਿੱਚ ਵੀ ਡਿਫਰੈਂਟ ਪ੍ਰੋਡਕਟਸ ਹੈਗੇ ਆ। ਅਤੇ ਹੁਣ ਜੀ ਉਹਨਾਂ ਦੇ ਵਿੱਚ ਕੀ ਹੋ ਗਿਆ ਕਿ ਜਦੋਂ ਉਹਨਾਂ ਨੂੰ ਮਿਕ ਕਾਰਪੋਰੇਸ਼ਨ 'ਚ ਬਾੜਿਆ ਗਿਆ ਕਿ ਇੱਕ ਬੈਟਰ ਸੋਲੂਸ਼ਨ ਮਿਲ ਸਕਦਾ ਸੀਗਾ, ਬਟ ਉਹਨਾਂ ਨੂੰ ਇਹ ਜਿਹੀ ਕ੍ਰਿਟੀਕਲ ਸਿਚੁਏਸ਼ਨ 'ਚ ਪਾਇਆ ਗਿਆ ਹੈ ਕਿ ਹੁਣ ਉਹ ਭਾਜੀ ਨਾ ਅੱਗੇ ਜਾ ਸਕਦੇ ਆ ਅਤੇ ਨਾ ਪਿੱਛੇ ਜਾ ਸਕਦੇ ਆ। ਅਤੇ ਜੇ ਮੈਂ ਉਹਨਾਂ ਦੀ ਅੱਜ ਵੈਲਿਊ ਕੱਢਦੀ, ਉਹਨਾਂ ਨੇ ਘਰ ਲਿਆ 12,65,000 ਦਾ, ਅਤੇ ਅੱਜ ਉਹਨਾਂ ਦੀ ਵੈਲਿਊ ਸਿਰਫ 9,95,000 ਆ ਰਹੀ ਆ। ਅੱਛਾ। ਅਤੇ ਉਹ ਸੋਲੂਸ਼ਨ ਤੁਸੀਂ ਦੇ ਹੀ ਨਹੀਂ ਸਕਦੇ ਹੈਗੇ, ਵੀ ਆਰ ਡਨ। ਸੋ ਇੱਥੇ ਜਿਵੇਂ ਮੈਂ ਇਹ ਆਪਾਂ ਹਰੇਕ ਚੀਜ਼ ਬਲੇਮ ਭਾਜੀ ਇੱਕ ਪਾਸੇ ਨਹੀਂ ਲਾ ਸਕਦੇ ਹੈਗੇ, ਦੂਸਰੇ ਪਾਸੇ ਥੋੜ੍ਹਾ ਬਹੁਤਾ ਬਲੇਮ ਆਪਣੇ ਐਂਡ 'ਤੇ ਵੀ ਹੈਗਾ ਐਜ਼ ਅ ਕਲਾਇੰਟ। ਕਿਉਂਕਿ ਦੇਖੋ ਜੀ, ਕਹਿੰਦੇ ਨਾ ਇੱਕ ਤਾਂ ਅੱਧੀ ਨੌਲੇਜ ਨਾ ਨੌਲੇਜ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਆ, ਠੀਕ ਹੈ ਜੀ। ਮੈਂ ਇਹ ਕਹੂੰਗੀ ਵੀ ਜੇ ਕੋਈ ਮੇਰੇ ਕੋਲ ਆਉਂਦਾ ਜਾਂ ਕੋਈ ਵੀ ਆਉਂਦਾ, ਉਹ ਨਾ ਨੌਲੇਜ ਵਾਲਾ ਆਵੇ ਜ਼ਿਆਦਾ ਬੈਟਰ, ਕਿਉਂਕਿ ਉਹਨੂੰ ਸਮਝਾਉਣਾ ਸੌਖਾ ਹੋ ਜਾਂਦਾ ਆ ਜੀ। ਇੱਦਾਂ ਹੀ ਹੈ, ਮਤਲਬ ਚਾਹੇ ਫਾਈਨੈਂਸ਼ੀਅਲ ਅਤੇ ਬਿਜ਼ਨਸ ਦੇ ਵਰਲਡ 'ਚ ਦੇਖ ਲਓ, ਚਾਹੇ ਪੋਲੀਟਿਕਸ ਦੇ ਲੋਕ ਨਾ ਜਿਹੜੇ ਵੱਡੀਆਂ ਗੱਲਾਂ ਕਰਦੇ ਨੇ, ਭੜਕਾਊ ਗੱਲਾਂ ਕਰਦੇ ਨੇ, ਵੱਡੇ ਝੂਠੇ ਦਾਅਵੇ ਕਰਦੇ ਨੇ ਅਤੇ ਸਬਜ਼ ਬਾਗ ਦਿਖਾਉਂਦੇ ਨੇ, ਲੋਕ ਉਹਨਾਂ ਦੀਆਂ ਗੱਲਾਂ 'ਚ ਫਸਣ ਲਈ ਤਿਆਰ ਰਹਿੰਦੇ ਆ। ਹੁਣ ਚਾਹੇ ਉਹ ਪੋਲੀਟਿਕਸ 'ਚ ਦੇਖ ਲਓ ਅਤੇ ਚਾਹੇ ਦੇਖ ਲਓ ਬਿਜ਼ਨਸ 'ਚ। ਮੈਂ ਚਲੋ ਆਪਾਂ ਕਿਸੇ ਦਾ ਨਹੀਂ ਲਾ ਲੈਂਦੇ, ਐਵਰੀਬਡੀ ਇਜ਼ ਡੂਇੰਗ ਦੇਅਰ ਮਾਰਕੀਟਿੰਗ। ਮੈਂ ਇੱਕ ਐਡ ਸੁਣੀ, ਉਹਦੇ ਵਿੱਚ ਸ਼ਰੇਆਮ ਕਿਹਾ ਜਾ ਰਿਹਾ, ਆ ਜਾਓ ਜੀ ਮੌਰਗੇਜ ਲੈਣੀ ਆ, ਯੂ ਡੋਂਟ ਗੋਣਾ ਪੇ ਸਿੰਗਲ ਡਾਲਰ ਆਊਟ ਆਫ ਯੂਰ ਪੋਕਟ, ਤੁਹਾਡਾ ਘਰ ਬਣ ਜਾਣਾ, ਅੱਗੇ ਤੁਸੀਂ 2 ਘਰ ਬਣਾ ਲਓ, 3 ਬਣਾ ਲਓ। ਉਹ ਦੱਸਿਆ ਕਿ ਮੈਂ ਗਿਆ ਜੀ ਰੀਫਾਈਨੈਂਸ ਕਰਾ ਲਓ। ਅਤੇ ਜੇ ਹੁਣ ਉਹਨਾਂ ਨੂੰ ਐਜ਼ ਅ ਕਾਮਨ ਪਰਸਨ ਮੈਂ ਕੁਐਸਚਨ ਪੁੱਛਾਂ ਕਿਸੇ ਨੂੰ, ਜਾਂ ਮੇਰੇ ਮਾਈਂਡ 'ਚ ਆਵੇ ਉਹ ਕੁਐਸਚਨ, ਮੇਰੇ ਮਾਈਂਡ 'ਚ ਇਹ ਆਉਂਦਾ ਵੀ ਜਦੋਂ ਰੀਫਾਈਨੈਂਸ ਕਰਾਇਆ, ਕਿਸੇ ਦੀ ਮੌਰਗੇਜ ਪਹਿਲਾਂ 3 ਲੱਖ ਦੀ ਸੀ, ਉਹਨੇ ਰੀਫਾਈਨੈਂਸ 5 ਲੱਖ ਕੱਢ ਲਿਆ, ਮੌਰਗੇਜ ਹੋ ਗਈ 8 ਲੱਖ ਦੀ, ਅਤੇ ਉਹ 8 ਲੱਖ ਦੀ ਕਿਸ਼ਤ ਕਿਹਨੇ ਦੇਣੀ ਆ? 8 ਲੱਖ ਦੀ ਕਿਸ਼ਤ ਕਾਮਨ ਪਰਸਨ ਨੇ ਦੇਣੀ ਆ। ਸੋ ਬੇਸਿਕਲੀ ਤੁਸੀਂ ਕੋਈ 0% 'ਤੇ ਤਾਂ ਕੁਛ ਲੈ ਹੀ ਨਹੀਂ ਰਹੇ ਹੈਗੇ, ਜਾਂ ਤੁਸੀਂ ਆਪਣੀ ਜੇਬ 'ਚੋਂ ਖਰਚ ਕੀ ਅੱਗੇ ਕਰ ਲੈ ਰਹੇ ਹੋ ਨਾ, ਪੇਮੈਂਟ ਕਿਹਦੀ ਦੇਣੀ ਹੈ ਜੀ ਉਹਨੇ। ਹੁਣ ਮੈਂ ਇੱਕ ਨੋਰਮਲ ਚੀਜ਼ ਦੱਸਣਾ ਚਾਹੁੰਦੀ ਹਾਂ ਭਾਜੀ, ਦੇਖੋ ਜਦੋਂ ਨੋਰਮਲ ਇੰਟਰਸਟ ਰੇਟ ਸੀਗੇ, ਕੀਮਤਾਂ ਵੀ ਘਰਾਂ ਦੀਆਂ ਨੋਰਮਲ ਸੀਗੀਆਂ, ਠੀਕ ਹੈ ਜੀ। ਹੁਣ ਇੰਟਰਸਟ ਰੇਟ ਕਾਫੀ ਵੱਧ ਗਈ ਆ, ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਇਟਸ ਲਾਈਕ ਅ ਸਕਾਈ ਰੋਕਟ ਦੇ ਬੇਸ 'ਤੇ ਬੈਠੀਆਂ ਨੇ। ਉਹ ਜਿੰਨਾ ਮਰਜ਼ੀ ਭਾਜੀ ਆਪਾਂ ਕੋਸ਼ਿਸ਼ ਕਰ ਲਈਏ, ਉਹ ਇੱਕ ਟਰੈਂਡ ਬਣ ਚੁੱਕਿਆ, ਉਹ ਲੈਵਲ 'ਤੇ ਥੱਲੇ ਨਹੀਂ ਜਾਣੀਆਂ ਜਿਹੜੇ ਲੈਵਲ 'ਤੇ ਜਾਣੀਆਂ ਚਾਹੀਦੀਆਂ ਸੀ ਜਾਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਬਟ ਦੇਖੋ ਹੁਣ ਜਿਹੜਾ ਇੰਟਰਸਟ ਉਹ ਅੱਜ 6.70 ਚੱਲਦਾ ਪਿਆ, 6.70 ਤੋਂ ਇੰਟਰਸਟ ਨੋਰਮਲ 'ਤੇ ਆਉਣ ਨੂੰ ਆ ਰਹੇ ਨੂੰ ਕਿ ਕਿੰਨਾ ਟਾਈਮ ਲੱਗਣਾ, ਆਉਣਾ ਵੀ ਆ ਜਾਂ ਨਹੀਂ ਆਉਣਾ, ਇਟਸ ਇਨ ਦ ਮਿਡਲ, ਕਿਸੇ ਨੂੰ ਕੁਛ ਨਹੀਂ ਪਤਾ। ਪਰ ਜਿਹੜੀਆਂ ਕੀਮਤਾਂ ਨੇ, ਉਹ ਕੀਮਤੀਆਂ ਅਸੀਂ ਆਪਣੇ ਆਪ ਇੰਨੀਆਂ ਹਾਈ ਕਰ ਲਈਆਂ ਨੇਗੀਆਂ। ਮੇਰੇ ਅਕੋਰਡਿੰਗ ਇਹ ਲੱਗਦਾ ਵੀ ਸ਼ਾਇਦ ਮੋਸਟ ਆਫ ਦਾ ਜਿਹੜੇ ਅੱਗੇ ਜਨਰੇਸ਼ਨ ਦੇ ਬੱਚੇ ਨੇ, ਉਹ ਆਪਣੇ ਮਮ ਡੈਡ ਦੀ ਹੈਲਪ ਤੋਂ ਬਿਨਾਂ ਜਾਂ ਆਪਣੇ ਪੇਰੈਂਟਸ ਦੀ ਹੈਲਪ ਤੋਂ ਬਿਨਾਂ ਘਰ ਨਹੀਂ ਲੈ ਪਾਉਣਗੇ। ਮੇਰੇ ਅਕੋਰਡਿੰਗ ਮੇਰਾ ਓਪੀਨੀਅਨ ਲੱਗਦਾ ਆ, ਕਿਉਂਕਿ ਆਪਾਂ ਇੰਨਾ ਐਕਸਪੈਂਸ ਕਰ ਲਿਆ ਹੈ। ਕਿਵੇਂ ਵਾਪਸ ਆਵਾਂਗੇ ਅਸੀਂ ਉਸ ਸਿਚੁਏਸ਼ਨ 'ਤੇ, ਬੜਾ ਮੁਸ਼ਕਿਲ ਲੱਗਦਾ। ਹੁਣ ਦੇਖੋ ਜੀ, ਜਿਹੜੇ ਚਲੋ ਕਿਸੇ ਨੇ 4 ਜਣੇ ਨੇ ਮਿਲ ਕੇ ਘਰ ਲੈ ਲਿਆ, ਜਾਂ ਕਿਸੇ ਨੇ ਚਲੋ ਸਟਰੋਂਗ ਸੀ, ਉਹ ਅਫੋਰਡ ਕਰੀ ਜਾ ਰਹੇ ਨੇ। ਹੁਣ ਐਜ਼ ਪਰ ਜਿਹੜਾ ਜ਼ਿਆਦਾ ਪਿਸ ਰਿਹਾ, ਉਹ ਪਿਸ ਰਿਹਾ ਭਾਜੀ ਫਸਟ ਟਾਈਮ ਬਾਇਰ ਵਾਲਾ ਬੰਦਾ, ਕਿਉਂਕਿ ਉਹਦਾ ਤਾਂ ਕੋਈ ਕਸੂਰ ਹੈ ਨਹੀਂ ਸੀਗਾ ਇਹਦੇ ਵਿੱਚ। ਹੁਣ ਉਹਨਾਂ ਦੀ ਰੀਨਿਊਵਲ ਆ ਰਹੀ ਹੈ, ਕਿਸੇ ਦੀ ਜੀ ਪਹਿਲਾਂ 2.13 ਤੇ 2.15 ਤੇ ਲਈ ਸੀ ਮੌਰਗੇਜ, ਜਾਂ 3 ਤੇ ਸੀ, ਹੁਣ ਉਹਨਾਂ ਦੀ ਰੀਨਿਊਵਲ ਆ ਰਹੀ, ਓਬਵੀਅਸਲੀ ਰੀਨਿਊਵਲ ਜੀ 5.80, 5.90, 5.74 ਤੇ ਆ ਰਹੀ ਹੈ। ਪੱਖੋਂ ਜਿਵੇਂ ਸੰਦੀਪ ਸੰਘਾ ਹੋਰੀ ਵੀ ਕਹਿ ਰਹੇ ਨੇ ਕਿ ਬੜਾ ਸਕੇਰੀ ਹੈ ਜੀ ਆਹ ਜਿਹੜਾ ਸਾਲ ਹੈ, ਇਹਦੇ 'ਚ ਇਹ ਜਦੋਂ ਹੁਣ ਰੀਨਿਊਵਲ ਦਾ ਚੱਕਰ ਹੈ ਜਾਂ ਕਲੋਜ਼ਿੰਗਸ ਨੇ, ਹੁਣ ਇਹਦੇ ਵਿੱਚ ਭਾਜੀ ਸਭ ਨੂੰ ਇਹੀ ਲੱਗਦਾ। ਹੁਣ ਮੈਂ ਕਿਸੇ ਕਲਾਇੰਟ ਦੀ ਕਰ ਰਹੀ ਸੀ, ਉਹਨਾਂ ਨੇ ਚਲੋ ਜੀ ਆਈ ਥਿੰਕ 2.3 ਮਿਲੀਅਨ ਦੀ ਸਮਥਿੰਗ ਐਵੇਂ ਪ੍ਰੋਪਰਟੀ ਲਈ ਹੋਈ ਸੀਗੀ। ਸੋ ਕੁਆਲੀਫਿਕੇਸ਼ਨ ਕਿਤੇ ਨਹੀਂ ਸਟੈਂਡ ਕਰਦੀ ਸੀਗੀ। ਸੋ ਦੇ ਕੇਮ ਟੂ ਮੀ, ਚਲੋ ਆਪਾਂ ਮਿਕ ਕਾਰਪੋਰੇਸ਼ਨ 'ਤੇ ਉਹਨਾਂ ਦੀ ਡਿਸਕਸ ਕੀਤੀ। ਸੋ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਹਾਡੀ ਜੋਬ ਲੈਟਰ ਚਾਹੀਦੀ ਆ, ਅਪਡੇਟਡ ਜੋਬ ਲੈਟਰ। ਐਂਡ ਕਲਾਇੰਟ ਅੱਗੇ ਮੈਨੂੰ ਕਹਿ ਰਹੇ ਅਸੀਂ ਤਾਂ ਪ੍ਰਾਈਵੇਟ ਲੈ ਰਹੇ ਹਾਂ, ਅਸੀਂ ਜੋਬ ਲੈਟਰ ਕਾਹਤੇ ਦੇਣੀ ਆ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਗਰ ਤੁਸੀਂ ਪ੍ਰਾਈਵੇਟ 'ਚ ਜਾ ਰਹੇ ਹੋ ਤਾਂ ਪ੍ਰਾਈਵੇਟ ਨੇ ਐਂ ਚੱਕ ਕੇ ਪੈਸੇ ਦੇ ਦੇਣੇ ਨੇਗੇ। ਉਹਨੇ ਵੀ ਥੋੜੀ ਅਫੋਰਡੇਬਿਲਿਟੀ ਦੇਖਣੀ ਹੈ ਵੀ ਜੇ ਮੈਂ ਤੁਹਾਨੂੰ ਦੇ ਰਿਹਾ, ਕੱਲ੍ਹ ਨੂੰ ਤੁਸੀਂ ਇੱਕ ਕਿਸ਼ਤ ਨਾ ਲਓ, ਅਗਲੇ ਦਿਨ ਤੁਸੀਂ ਡਿਫਾਲਟ ਕਰ ਗਏ, ਅਗਲਾ ਕਹਿੰਦਾ ਮੈਂ ਕਿਉਂ ਇਹੋ ਜਿਹੇ ਝੰਜਟ 'ਚ ਪੈਣਾ। ਇਨਫੈਕਟ ਰਿਐਲਿਟੀ ਤਾਂ ਇਹ ਹੈ ਕਿ ਉਹਨਾਂ ਨੇ ਬੈਂਕਾਂ ਨਾਲੋਂ ਜ਼ਿਆਦਾ ਫਿਕਰ ਉਹਨਾਂ ਨੂੰ। ਹਾਂਜੀ, ਹੁਣ ਜਿਹੜੇ ਮੈਂ ਤੁਹਾਨੂੰ ਦੱਸਦੀ ਹਾਂ ਜੀ, ਅੱਗੇ ਹੁੰਦਾ ਸੀ ਬਹੁਤ ਸਾਨੂੰ ਮਿਨੀਮਮ ਕੁਐਸਚਨ ਪੁੱਛੇ ਜਾਂਦੇ ਸੀ। ਹੁਣ ਤਾਂ ਜੀ ਪ੍ਰਾਈਵੇਟ ਦੇ ਵਿੱਚ ਵੀ ਨੀਡ ਟੂ ਆਸਕ ਲਾਈਕ ਬੰਚ ਆਫ ਕੁਐਸਚਨਸ ਫਰੋਮ ਦਾ ਕਲਾਇੰਟ, ਐਂਡ ਤੇ ਜਿਹੜੇ ਅੱਗੇ ਲੈਂਡਰਸ ਨੇ ਜੀ ਉਹ ਸਾਨੂੰ ਪੁੱਛਦੇ ਆ ਕਿ ਅਫੋਰਡੇਬਿਲਿਟੀ ਚਾਹੀਦੀ ਹੈ ਇਹਨਾਂ ਦੀ। ਸੋ ਲਾਈਕ ਇਟਸ ਵੈਰੀ ਹਾਰਡ। ਅਤੇ ਜਿਹੜਾ ਮੇਜਰ ਕੁਐਸਚਨ ਇਸ ਟਾਈਮ ਆ ਰਿਹਾ ਜੀ, ਅਪਰੇਜ਼ਲਾਂ ਨਹੀਂ ਆ ਰਹੀਆਂ ਹੈਗੀਆਂ।
ਤੇ ਜਦੋਂ ਤੁਸੀਂ ਫਿਰ ਅੱਗੇ ਆਂਦਾ ਜੀ ਜਦੋਂ ਆਪਾਂ ਪ੍ਰਾਈਵੇਟ ਦੇ ਜਾਂਦੇ ਭਾਜੀ ਤੁਹਾਡੀ ਪ੍ਰਾਪਰਟੀ 2 ਮਿਲੀਅਨ ਦੇ ਨੇੜੇ ਤੇੜੇ ਆ ਜਾਵੇ ਜਾਂ ਮਿਲੀਅਨ ਤੋਂ ਉੱਤੇ ਟੱਪ ਜਾਵੇ ਤਾਂ ਜੀ ਉੱਥੇ LTV ਬਹੁਤ ਜ਼ਿਆਦਾ ਸ਼ਰਿੰਕ ਹੋ ਜਾਂਦੀ ਆ। ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ 80% ਤੇ ਜੀ ਦਿਓ, ਮੈਂ 20 ਦੇ ਰਿਹਾ 80 ਤੇ ਮੈਨੂੰ ਬਾਹਰੋਂ ਮਿਲ ਜਾਣੀ ਹੈ। ਨੋ, ਨਾਓ ਇਟ ਗੋ ਬੈਕ ਟੂ 65%, 70%, 75%। ਫਿਰ ਡਿਪੈਂਡ ਕਰ ਜਾਂਦਾ ਜੀ ਤੁਹਾਡੀ ਲੋਕੇਸ਼ਨ ਕਿੱਥੇ ਆ। ਅਗਰ ਲੋਕੇਸ਼ਨ ਵੁੱਡਸਟਾਕ ਦੇ ਵਿੱਚ ਆ, ਆਈ ਹੈਵ ਅ 1 ਡੀਲ ਔਨ ਮਾਈ ਟੇਬਲ ਵੁੱਡਸਟਾਕ ਦੀ ਆ ਜੀ। ਅੱਜ ਮੈਂ ਸਟਿਲ ਉਹਦੇ ਲਈ ਲੈਂਡਰ ਡਿਗਨ ਕਰ ਰਹੀ ਹਾਂ ਤੇ ਕੋਈ ਲੈਂਡਰ ਕਹਿ ਰਿਹਾ ਮੈਂ 60 ਤੇ ਜਾਣਾ ਲਖਵੀਰ, ਕੋਈ ਕਹਿੰਦਾ ਮੈਂ ਸਿਰਫ 65 ਲੈਂਡ ਕਰਨਾ ਤੇ ਉੱਪਰੋਂ ਜੀ ਕਲਾਇੰਟ ਦੀ ਅਪਰੇਜ਼ਲ ਸ਼ਾਰਟਫਾਲ ਆਈ ਹੋਈ ਆ। ਸੋ ਇਟਸ ਨਾਟ ਲਾਈਕ ਅ ਬਿਗ ਡਿਸੀਜ਼ਨ। ਤੇ ਬਾਕੀ ਉਹੀ ਮੈਂ ਆਲਵੇਜ਼ ਹਰੇਕ ਇੰਟਰਵਿਊ 'ਚ ਮੈਂ ਇਹੀ ਕਹਿੰਦੀ ਹਾਂ ਵੀ ਰੀਅਲ ਸਟੇਟ ਨੂੰ ਬਿਜ਼ਨਸ ਨਾ ਬਣਾਓ ਤਾਂ ਕਿ ਇਹ ਨਾ ਹੋਵੇ ਵੀ ਉਹ ਬਿਜ਼ਨਸ ਕੱਲ੍ਹ ਨੂੰ ਕਹਿੰਦੇ ਨਾ ਆਪਣੇ ਪੰਜਾਬੀ 'ਚ ਬੰਦਾ ਕਹਿੰਦਾ ਜਿਵੇਂ ਪੰਜਾਬੀ 'ਚ ਕਹਾਂ ਥੋੜ੍ਹਾ ਜਿਹਾ ਨਾ ਜਿਵੇਂ ਇਹ ਵੈਸੇ ਬੜੀ ਵਾਰ ਕਹਿੰਦੇ ਨੇ ਮੌਰਗੇਜ ਵਾਲੇ ਵੀ ਕਹਿੰਦੇ ਨੇ ਕਿ ਜੀ 4-5% ਇੰਟਰਸਟ ਰੇਟ ਹੈ ਅਤੇ ਨਾਰਮਲ ਹੈ। ਕੁਛ ਸਾਲ ਪਹਿਲਾਂ ਇੱਦਾਂ ਹੀ ਹੁੰਦਾ ਸੀ। ਉਹਦੇ 'ਚ ਮੈਂ ਇੱਕ ਚੀਜ਼ ਜ਼ਰੂਰ ਵੈਸੇ ਤੁਹਾਨੂੰ ਵੀ ਪੁੱਛਣਾ ਵੀ ਚਾਹੁੰਦਾ, ਮੈਨੂੰ ਜਿੰਨੀ ਕੁ ਸਮਝ ਆਈ ਜਦੋਂ ਇਹ 4-5 ਹੁੰਦਾ ਸੀ ਉਦੋਂ ਘਰਾਂ ਦੀ ਕੀਮਤਾਂ ਨਾਰਮਲ ਥੋੜ੍ਹਾ ਹੁੰਦੀਆਂ ਸੀ। ਉਦੋਂ ਤੁਸੀਂ ਜੇ 2 ਲੱਖ ਦੇ ਲੋਨ ਦੇ ਉੱਤੇ 4-5% ਦੇ ਰਹੇ ਹੋ ਉਹ ਥੋੜ੍ਹੀ ਅਮਾਊਂਟ ਹੁੰਦੀ ਸੀ ਬਹੁਤ। ਜੇ ਤੁਸੀਂ 1 ਮਿਲੀਅਨ ਦੇ ਉੱਤੇ 4-5% ਦੇ ਰਹੇ ਹੋ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਇਹ ਆਰਗੂਮੈਂਟ ਜਿਹੜੀ ਅਕਸਰ ਦਿੱਤੀ ਜਾਂਦੀ ਹੈ ਕਿ ਜੀ ਪਹਿਲਾਂ ਵੀ ਹੋ ਚੁੱਕਿਆ ਇੰਨਾ ਹੋ ਚੁੱਕਿਆ, ਇੰਨੀ ਉਦੋਂ ਪ੍ਰਾਈਸ ਥੋੜ੍ਹਾ ਹੁੰਦੀ ਸੀ ਇੰਨੀ ਘਰਾਂ ਦੀ। ਮੈਂ ਹੁਣੇ ਤੁਹਾਨੂੰ ਪਹਿਲਾਂ ਇਹੀ ਡਿਸਕਸ ਕਰਕੇ ਹਟੀ ਹਾਂ ਵੀ ਆਪਾਂ ਹੀ ਉਹ ਚੀਜ਼ ਨੂੰ ਉੱਥੇ ਤੱਕ ਸਟ੍ਰੈਚ ਕਰ ਲਿਆ ਆ ਵੀ ਇੰਟਰਸਟ ਮੁੜ ਕੇ ਉੱਥੇ ਨਹੀਂ ਆਉਣਾ ਹੈਗਾ, ਪਰ ਜਿਹੜੀਆਂ ਥੋੜੀ ਕੀਮਤਾਂ ਨੇ ਉਹਨੂੰ ਉੱਥੇ ਜਾਣ ਨੂੰ ਬਹੁਤ ਜ਼ਿਆਦਾ ਕਹਿ ਲਓ ਵੀ ਇੰਪੋਸੀਬਲ ਕਾਈਂਡ ਆਫ ਥਿੰਗ ਲੱਗਦੀ ਆ। ਅਗਰ ਤੁਸੀਂ ਸਾਰੇ ਜਾਣੇ ਦੇਖੋ ਠੀਕ ਆ ਮਾਰਕੀਟ ਦੇ ਵਿੱਚ ਫਰਕ ਪਿਆ ਪਰ ਉਹਨਾਂ ਨਹੀਂ ਪਿਆ ਭਾਜੀ ਫਰਕ ਅਜੇ, ਸਟਿਲ ਵੀ ਆਰ ਦੇਅਰ। ਤੇ ਹੁਣ ਮੈਨੂੰ ਕਈ ਵਾਰੀ ਇੱਕ ਰੀਸੈਂਟਲੀ ਮੈਨੂੰ ਕਾਲ ਆਈ ਤੇ ਮੈਨੂੰ ਕਹਿੰਦੇ ਵੀ ਮੈਨੂੰ ਐਵੇਂ ਕਰਕੇ ਸਾਡੀ ਰਿਨਿਊਅਲ ਆ ਰਹੀ ਆ, ਕਿਵੇਂ ਕਰਾਂ ਕੀ ਨਹੀਂ ਕਰਾਂ। ਮੋਸਟ ਆਫ ਦੀ ਕਾਲਸ ਆਉਂਦੀਆਂ ਨੇ ਬਿਕੋਜ਼ ਕਲਾਇੰਟ ਇਜ਼ ਕਨਫਿਊਜ਼ ਵੀ ਹੁਣ ਅਸੀਂ ਕੀ ਕਰੀਏ। ਸੋ ਮੈਂ ਉਹਨਾਂ ਨੂੰ ਕਿਹਾ ਵੀ ਫਿਕਸ ਰੇਟ ਇਹ ਚੱਲਦਾ, ਉਹ ਕਹਿੰਦੇ ਨਹੀਂ, ਕਹਿੰਦੇ ਮੈਂ ਕਾਲ ਕੀਤੀ ਆ ਮੈਨੂੰ ਤਾਂ ਫਿਕਸ ਰੇਟ 499 ਮਿਲ ਰਿਹਾ ਆਈ ਥਿੰਕ ਜਾਂ 450 ਉਹਨਾਂ ਨੇ ਕਿਹਾ। ਮੈਂ ਕਿਹਾ ਭਾਜੀ ਦੈਟਸ ਵੰਡਰਫੁਲ ਦੈਨ ਗੋ ਹੈਡ ਵਿਦ ਇਟ। ਕਹਿੰਦੇ ਵੀ ਮੈਂ ਕਾਲ ਕੀਤੀ ਸੀਗੀ ਬਟ ਕੁਆਲੀਫਿਕੇਸ਼ਨ ਦਾ ਪੰਗਾ ਪੈਂਦਾ। ਮੈਂ ਕਿਹਾ ਵੀ ਕੀ ਰੀਜ਼ਨ, ਕਹਿੰਦੇ ਕਿਉਂਕਿ ਮੈਂ ਡਿਸੇਬਿਲਿਟੀ 'ਤੇ ਬੈਠਾ ਹਾਂ। ਤੇ ਹੁਣ ਦੇਖੋ ਤੁਸੀਂ ਗੂਗਲ ਤੋਂ ਕਾਲ ਕਰ ਰਹੇ ਹੋ, ਓਬਵੀਅਸਲੀ ਮੈਂ ਕਾਲ ਕਰਾਂ ਅੱਜ ਮੈਨੂੰ ਸ਼ਾਇਦ 399 ਵੀ ਦੇ ਦੇਣ, ਪਰ ਪੰਗਾ ਤਾਂ ਉੱਥੇ ਆਉਂਦਾ ਨਾ ਜਦੋਂ ਕੰਡੀਸ਼ਨਾਂ ਪੁੱਛੀਆਂ ਜਾਂਦੀਆਂ ਨੇ ਵੀ ਤੁਹਾਡੀ ਇਨਕਮ ਕਿੱਥੇ ਕੁਆਲੀਫਾਈ ਕਰਦੀ ਹੈ। ਹਾਂਜੀ ਬਿਲਕੁਲ। ਅੱਗੇ ਕੀ ਕੁਐਸਚਨ ਹੈ ਜੀ? ਗੁਰਪ੍ਰੀਤ ਹੋਰੀ ਪੁੱਛ ਰਿਹਾ ਕਿ ਮੈਂ ਵੀ ਰੀਫਾਈਨਾਂਸ ਕਰਵਾਉਣਾ 5,42,000 ਆਫ ਮੌਰਗੇਜ ਤੇ ਮੇਰੀ ਬੈਂਕ ਨੇ ਅਪਰੂਵ ਕਰਕੇ ਕਲੋਜ਼ਿੰਗ ਡੇਟ 'ਤੇ ਡਿਕਲਾਈਨ ਕਰਤੀ ਲਾਸਟ ਮੰਥ। 1 ਮਿਲੀਅਨ ਦੀ ਗੱਲ ਕੀ ਕਰਨੀ, ਮਤਲਬ 5,42 ਦੀ ਵੀ ਕਹਿੰਦੇ ਉਹਨਾਂ ਨੇ ਕਰਤੀ ਸੀ, ਇਹ ਕਹਿ ਰਹੇ ਨੇ। ਹਾਂਜੀ ਡੈਫੀਨੇਟਲੀ ਹੈ ਜੀ, ਕਿਉਂਕਿ ਕੁਆਲੀਫਿਕੇਸ਼ਨ ਆ। ਅਤੇ ਜੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਦੋਂ ਤੁਸੀਂ ਇੱਕ ਆਪਾਂ ਬੈਂਕ ਦੇ ਕੋਲ ਜਾਂ ਕਿਸੇ ਵੀ ਲੈਂਡਰ ਦੇ ਕੋਲ ਜਾਂਦੇ ਹਾਂ ਭਾਜੀ, ਜਦ ਤੱਕ ਚਾਬੀ ਲਾਇਰ ਦੇ ਹੱਥੋਂ ਸਾਨੂੰ ਨਹੀਂ ਮਿਲਦੀ ਵੀ ਨੀਡ ਟੂ ਬੀ ਸਟੇ ਐਕਟਿਵ, ਕਿਉਂਕਿ ਐਨੀ ਟਾਈਮ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ। ਐਨੀ ਟਾਈਮ ਉਹ ਕਹੇ ਜਿਹਾ ਕੁਛ ਕੁਐਸਚਨ ਪੁੱਛ ਸਕਦੇ ਜਿਹੜਾ ਅਸੀਂ ਮਾਈਟ ਸ਼ਾਇਦ ਆਨਸਰ ਨਾ ਕਰ ਸਕੀਏ। ਹੁਣ ਜਿਵੇਂ ਮੈਂ ਇੱਕ ਰੀਸੈਂਟਲੀ ਐਗਜ਼ਾਮਪਲ ਦਿੰਦੀ ਹਾਂ ਕਿ ਮੇਰੇ ਕਲਾਇੰਟ ਦੀ ਜੋਬ ਸੀਗੀ, ਉਹਨਾਂ ਨੇ ਮੈਨੂੰ ਨਹੀਂ ਦੱਸਿਆ ਹੈਗਾ ਕਿ ਮੈਂ 2 ਮਹੀਨੇ ਲੌਂਗ ਛੁੱਟੀ ਲਈ ਹੋਈ ਆ ਜੋਬ ਤੋਂ। ਅਸੀਂ ਜੀ ਲੈਂਡਰ ਨੂੰ ਉਸ ਹਿਸਾਬ ਨਾਲ ਰੀਪ੍ਰਜੈਂਟ ਕੀਤਾ ਵੀ ਸਾਨੂੰ ਦੱਸਿਆ ਨਹੀਂ ਕਲਾਇੰਟ ਨੇ। ਜਦੋਂ ਉਹਨਾਂ ਨੇ ਜੀ ਵੈਰੀਫਿਕੇਸ਼ਨ ਲਈ ਕਾਲ ਕੀਤੀ ਅਤੇ ਵੈਰੀਫਿਕੇਸ਼ਨ ਲਈ ਕਾਲ ਕੀਤੀ, ਉਹ ਕਹਿੰਦੇ ਜੀ ਉਹ ਤਾਂ ਛੁੱਟੀਆਂ 'ਤੇ ਸਾਨੂੰ ਪਤਾ ਹੀ ਨਹੀਂ ਉਹਨੇ ਕਦੋਂ ਆਉਣਾ। ਸੋ ਉੱਥੇ ਹੀ ਜੀ ਲੈਂਡਰ ਨੇ ਡਿਨਾਈਡ ਕਰਤੀ ਐਪਲੀਕੇਸ਼ਨ। ਦੈਨ ਕਲਾਇੰਟ ਕੇਮ ਟੂ ਅਸ, ਨਹੀਂ ਜੀ ਐਵੇਂ ਕਿਵੇਂ ਹੋ ਸਕਦੀ ਹੈ। ਮੈਂ ਲਾਈਕ ਇਹ ਆ ਜਾਂਦਾ ਵੀ ਕਹਿੰਦੇ ਨਹੀਂ ਹੁੰਦੇ ਵੀ ਆਪਾਂ ਡਾਕਟਰ ਦੇ ਕੋਲ ਅਗਰ ਇਲਾਜ ਕਰਾਉਣਾ ਤਾਂ ਉਹਨੂੰ ਖੁੱਲ੍ਹ ਕੇ ਦੱਸਣਾ ਪੈਣਾ ਵੀ ਸਾਡਾ ਸਿਨੈਰੀਓ ਕੀ ਆ। ਹੁਣ ਜਦੋਂ ਕੋਈ ਮੇਰੇ ਕੋਲ ਐਵੇਂ ਡਿਫਰੈਂਟਲੀ ਸੋਲੂਸ਼ਨ ਲਈ ਆਉਂਦੇ ਆ, ਮੈਂ ਉਹਨਾਂ ਨੂੰ ਪਹਿਲਾ ਕੁਐਸਚਨ ਇਹ ਪੁੱਛਦੀ ਹੁੰਦੀ ਹਾਂ ਵੀ ਮੈਨੂੰ ਇਹ ਦੱਸੋ ਇਨ ਟਰਮਸ ਆਫ ਡਾਲਰਸ ਤੁਹਾਡੇ ਕੋਲ ਕਿੰਨੇ ਪੈਸੇ ਪਏ ਆ, ਤਾਂ ਕਿ ਜੇ ਕੋਈ ਮੈਂ ਪ੍ਰੋਡਕਟ ਲੱਭਾਂ ਤਾਂ ਮੈਂ ਉਸ ਹਿਸਾਬ ਨਾਲ ਲੱਭਾਂ ਵੀ ਤੁਹਾਡੇ ਪੈਸੇ ਐਟਲੀਸਟ ਉਹਦੇ ਵਿੱਚੋਂ ਵੀ ਕੁਛ ਬਚ ਜਾਣ, ਪੂਰੇ ਨਾ ਲੱਗਣ। ਤੁਸੀਂ ਸਹੀ ਕਿਹਾ ਵੈਸੇ ਕਿ ਮਤਲਬ ਪ੍ਰਾਈਵੇਟ ਜਿਹੜੀ ਮੌਰਗੇਜ ਹੈ ਇਹ ਸੋਲਿਊਸ਼ਨ ਹੈ। ਹਾਂਜੀ, ਇਹ ਉਦੋਂ ਹੈ ਜਦੋਂ ਕ੍ਰਾਈਸਿਸ ਦੀ ਸਿਚੁਏਸ਼ਨ ਹੈ, ਹਾਂਜੀ, ਜਦੋਂ ਤੁਹਾਡੇ ਕੋਲ ਬਾਕੀ ਰਸਤੇ ਬੰਦ ਹੋ ਗਏ ਨੇ। ਪਰ ਪਿਛਲੇ ਟਾਈਮ ਤਾਂ ਇਹ ਇਨਵੈਸਟਮੈਂਟਾਂ ਲਈ ਯੂਜ਼ ਕੀਤਾ ਗਿਆ ਨਾ ਕਈ ਸੱਜਣਾਂ ਨੇ। ਮਤਲਬ ਸਭ ਤੋਂ ਇਹਦਾ ਜਿਹੜੀ ਤੁਸੀਂ ਦੇਖ ਲਓ ਕਿੰਨੀ ਮਤਲਬ ਦੂਜੀ ਐਕਸਟ੍ਰੀਮ ਸਿਚੁਏਸ਼ਨ ਹੈ। ਤੁਸੀਂ ਮਤਲਬ ਇੱਦਾਂ ਦੀ ਸਿਚੁਏਸ਼ਨ 'ਚ ਵੀ ਇੱਕ ਸੋਲਿਊਸ਼ਨ ਕਹਿ ਰਹੇ ਹੋ, ਉਹ ਬੜਾ ਹੀ ਮਤਲਬ ਲਾਪਰਵਾਹੀ ਨਾਲ ਯੂਜ਼ ਕੀਤਾ ਗਿਆ। ਭਾਜੀ ਪਤਾ ਕੀ, ਤਾਂ ਹੀ ਜਿਵੇਂ ਹੁਣ ਕਹਿੰਦੇ ਕੋਈ ਕਹਿੰਦਾ ਜੀ ਪ੍ਰਾਈਵੇਟ ਆੜਤੀ ਹੈ ਜਾਂ ਵਟਐਵਰ। ਦੇਖੋ ਪ੍ਰਾਈਵੇਟ ਆਪਣਾ ਇੱਕ ਤਰ੍ਹਾਂ ਦਾ ਮਾਰਕੀਟਿੰਗ ਦੇ ਵਿੱਚ ਬੈਠਾ, ਮਾਰਕੀਟ ਦੇ ਵਿੱਚ ਬੈਠਾ ਹੈ, ਉਹ ਤਾਂ ਪ੍ਰੋਡਕਟ ਹੀ ਆ। ਪਰ ਹੁਣ ਉਹ ਪ੍ਰੋਡਕਟ ਜੇ ਹੁਣ ਸਪੋਜ਼ ਕਰ ਲਓ ਆੜਤੀ ਨਾ ਹੀ ਹੋਣ, ਪ੍ਰਾਈਵੇਟ ਨਾ ਹੀ ਹੋਵੇ, ਅਤੇ ਫਿਰ ਇਹ ਕਲੋਜ਼ ਕਿਵੇਂ ਹੋਣੀਆਂ ਨੇ ਪ੍ਰਾਪਰਟੀਆਂ? ਬਿਲਕੁਲ ਠੀਕ ਹੈ ਨਾ। ਸੋ ਉਹ ਤਾਂ ਤੁਹਾਨੂੰ ਸੋਲੂਸ਼ਨ ਦੇ ਰਹੇ ਨੇ। ਸੋਲੂਸ਼ਨ ਕਿਉਂ ਦੇ ਰਹੇ ਆ? ਤਾਂ ਕਿ ਤੁਸੀਂ ਲਿਟੀਗੇਸ਼ਨ 'ਚ ਨਾ ਪਵੋ। ਸੋਲੂਸ਼ਨ ਦੇ ਰਹੇ ਆ ਤਾਂ ਕਿ ਤੁਹਾਡਾ ਡਿਪੋਜ਼ਿਟ ਨਾ ਮਰੇ। ਠੀਕ ਹੈ ਨਾ, ਕਿਉਂਕਿ ਇੱਥੇ ਭਾਜੀ ਸਭ ਕੁਛ ਬੰਦਾ ਅਫੋਰਡ ਕਰ ਸਕਦਾ, ਲਿਟੀਗੇਸ਼ਨ ਅਫੋਰਡ ਕਰਨੀ ਇਟਸ ਵੈਰੀ ਹਾਰਡ।
ਠੀਕ ਹੈ। ਸੋ ਜੋ ਵੀ ਡਿਸੀਜ਼ਨ ਲੈਣਾ ਇੱਕ ਲੀਨੀਅਰ ਬੇਸ ਤੇ ਡਿਸੀਜ਼ਨ ਲਿਆ ਜਾਵੇ। ਠੀਕ ਆ, ਅਗਰ ਬਿਜ਼ਨਸ ਬਣਾ ਹੀ ਲਿਆ ਰੀਅਲ ਸਟੇਟ ਨੂੰ ਤਾਂ ਬਿਜ਼ਨਸ ਬਣਾਓ, ਪਰ ਪ੍ਰੋਫਿਟੇਬਲ ਬਿਜ਼ਨਸ ਕਰੋ। ਅਗਰ ਤੁਹਾਨੂੰ ਲੱਗਦਾ ਵੀ ਏ ਦੇ ਨਹੀਂ ਹੋ ਰਹੀ, ਬੀ ਦੇ ਨਹੀਂ ਹੋ ਰਹੀ, ਤਾਂ ਅਸੀਂ ਹੁਣ ਨੇੜੇ ਆ ਰਹੇ ਹਾਂ, ਦੈਨ ਯੂ ਨੀਡ ਟੂ ਸਿਟ। ਅਤੇ ਇਹ ਨਾ ਹੋਵੇ ਵੀ ਟਾਈਮ 'ਤੇ ਸਾਡੇ ਕੋਲ ਫਿਰ ਉਨਾ ਟਾਈਮ ਵੀ ਨਾ ਰਹਿ ਜਾਵੇ, ਕਿਉਂਕਿ ਹਰੇਕ ਪ੍ਰੋਡਕਟ ਨੂੰ ਜਾਂ ਹਰੇਕ ਮੌਰਗੇਜ ਨੂੰ ਕਲੋਜ਼ ਹੋਣ ਲਈ ਦੇ ਨੀਡ ਸਪੈਸੀਫਿਕ ਆਫ ਟਾਈਮ। ਠੀਕ ਹੈ ਨਾ। ਸੋ ਇਹ ਆ ਵੀ ਹੁਣ ਪ੍ਰਾਈਵੇਟ ਦੇ ਵਿੱਚ ਜੀ ਟਾਈਟਲ ਇੰਸ਼ੋਰੈਂਸ ਦਾ ਬਹੁਤ ਵੱਡਾ ਇਸ਼ੂ ਆ ਰਿਹਾ ਜੀ। ਹੁਣ ਟਾਈਟਲ ਇੰਸ਼ੋਰੈਂਸਾਂ ਨਹੀਂ ਕਲੀਅਰ ਹੋ ਰਹੀਆਂ, ਬਹੁਤ ਪ੍ਰੋਬਲਮ ਆ ਰਹੀਆਂ ਨੇ। ਹਰੇਕ ਟਾਈਟਲ ਇੰਸ਼ੋਰੈਂਸ ਦੇ ਵਿੱਚ ਆਈਡੀ ਵੈਰੀਫਿਕੇਸ਼ਨ ਆ ਰਹੀ ਆ। ਰੀਜ਼ਨ ਬੀਇੰਗ ਕਿਉਂਕਿ ਆਪਾਂ ਪਿੱਛੇ ਜੇ ਸੁਣਿਆ ਸੀਗਾ ਵੀ ਬਹੁਤ ਟਾਈਟਲ ਇੰਸ਼ੋਰੈਂਸ ਦੇ ਫਰਾਡ ਹੋਏ ਨੇ, ਲੋਕਾਂ ਨੇ ਘਰ ਵੇਚਦੇ ਨੇ। ਸੋ ਇਹ ਈਜ਼ੀ ਨਹੀਂ ਹੈਗਾ ਵੀ ਅਪਰੂਵਲ ਦਵਾਤੀ ਤਾਂ ਬਸ ਜੀ ਸਾਰਾ ਕੁਝ ਡਨ ਹੋ ਗਿਆ। ਟਾਈਟਲ ਇੰਸ਼ੋਰੈਂਸ 'ਤੇ ਵੀ ਡੀਲ ਵਿਦ ਦ ਲਾਸਟ ਵੀਕ ਭਾਜੀ ਵਿਦ ਦ 2 ਡੀਲਸ, ਉਹ ਸਾਡੀਆਂ 10-12 ਦਿਨ ਟਾਈਟਲ ਇੰਸ਼ੋਰੈਂਸ ਚੜੀਆਂ ਰਹੀਆਂ ਨੇ, ਕਿਉਂਕਿ ਟਾਈਟਲ ਇੰਸ਼ੋਰੈਂਸ ਕਹਿੰਦੇ ਅਸੀਂ ਸੈਟਿਸਫਾਈ ਨਹੀਂ ਹੈਗੇ ਆਈਡੀ ਵੈਰੀਫਿਕੇਸ਼ਨ 'ਚ। ਸੋ ਗੱਲ ਮੁੱਕਦੀ ਇੱਥੇ ਹੈ ਕਿ ਬੜਾ ਇਹ ਸੋਚ ਸਮਝ ਕੇ ਸਮਝਦਾਰੀ ਨਾਲ ਹਾਂਜੀ, ਲਾਈਕ ਕਹਿ ਲਓ ਵੀ ਸੋਲੂਸ਼ਨ ਵੀ ਇਹ ਨਹੀਂ ਹੈਗਾ। ਲਾਈਕ ਆਈ ਅੰਡਰਸਟੈਂਡ ਕਲਾਇੰਟ ਦੀ ਜਿਹੜੀ ਮਾਈਂਡ ਸੈਟ ਹੁੰਦਾ ਉਦੋਂ ਬਹੁਤ ਵਿਗੜਿਆ ਹੁੰਦਾ ਆ। ਸੋ ਉਹਨਾਂ ਨੂੰ ਹੁੰਦਾ ਵੀ ਬਸ ਕਲੋਜ਼ ਕਰਾ ਦਿਓ, ਬਟ ਉਹਦੇ ਵਿੱਚ ਵੀ ਬੈਠੋ। ਐਕਸਟ੍ਰੀਮ ਆਪਾਂ ਅਸੀਂ ਦੇਖਦੇ ਹਾਂ, ਜਾਂ ਤੇ ਭੇਡ ਚਾਲ ਹੈ, ਮਤਲਬ ਅੱਖਾਂ ਬੰਦ ਕਰਕੇ ਇੱਕੋ ਪਾਸੇ ਸਾਰੇ ਤੁਰ ਪੈਂਦੇ ਨੇ, ਜਾਂ ਫਿਰ ਇੰਨਾ ਡਰ ਜਾਂਦੇ ਨੇ ਕਿ ਉਹਨੂੰ ਮਤਲਬ ਹੱਥ ਵੀ ਨਹੀਂ ਲਾਉਣਾ ਚਾਹੁੰਦੇ ਕਿਸੇ ਚੀਜ਼ ਨੂੰ। ਸੋ ਜਦ ਕਿ ਰਸਤਾ ਇਹ ਹੋਣਾ ਚਾਹੀਦਾ ਕਿ ਹਮੇਸ਼ਾ ਹੀ ਸਮਝਦਾਰੀ ਨਾਲ ਚੱਲਿਆ ਜਾਏ, ਪਰ ਜਿਹੜਾ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾਏ ਹਰ ਚੀਜ਼ ਨੂੰ। ਸੋ ਜਿਵੇਂ ਹੁਣ ਤੁਸੀਂ ਦੱਸਿਆ ਵੀ ਪ੍ਰਾਈਵੇਟ ਦੇ ਅੰਦਰ ਵੀ ਬਹੁਤ ਆਪਸ਼ਨਸ ਨੇ, ਡੈਫੀਨੇਟਲੀ ਜੀ, ਉਹਨਾਂ ਨੂੰ ਸਹੀ ਤਰੀਕੇ ਨਾਲ ਐਕਸਪਲੋਰ। ਭਾਜੀ ਉਹੀ ਤੁਹਾਨੂੰ ਦੱਸ ਰਹੀ ਹਾਂ ਵੀ ਦੇਖੋ $0 ਪੇਮੈਂਟ ਭਾਜੀ ਇਟਸ ਅ ਵੈਰੀ ਗੁੱਡ ਆਪਸ਼ਨ। ਜਿਹਦੇ ਕੋਲ ਹੁਣ ਆਲਰੇਡੀ ਬੰਦਾ ਸਟ੍ਰੈਚ ਹੋ ਗਿਆ ਆ 5%, ਜਿਵੇਂ ਪਹਿਲਾਂ ਉਹਨੇ ਸੋਚਿਆ ਸੀ ਮੈਂ 20% 'ਤੇ ਘਰ ਬੁੱਕ ਕਰਾਉਣਾ ਆ, ਲੈਣਾ ਆ, ਕਲੋਜ਼ ਕਰਾਉਣਾ, ਹੁਣ ਉਹਨੂੰ 25 'ਤੇ ਕਰਾਉਣਾ ਪੈ ਗਿਆ। ਸੋ 5% ਐਕਸਟਰਾ ਉੱਥੇ ਆ ਗਈ। ਅਗਰ ਲੈਂਡਰ ਫੀ ਉਹਦੇ 'ਤੇ ਭਾਜੀ 3%, ਬ੍ਰੋਕਰੇਜ ਫੀ ਕੋਈ ਲੱਗ ਗਈ, ਦੈਨ ਫਿਰ ਉਹ ਤਾਂ ਹੋਰ ਸ਼ਾਰਟਫਾਲ ਹੋ ਗਿਆ। ਸੋ ਕਹਿ ਲਓ ਤੁਸੀਂ ਉੱਥੇ ਜਾ ਸਕਦੇ ਆ। ਫਿਰ ਕਈ ਲੈਂਡਰ ਇੱਦਾਂ ਦੇ ਨੇਗੇ ਭਾਜੀ, ਇਹਦੇ ਵਿੱਚ ਹੀ ਪ੍ਰਾਈਵੇਟ ਦੇ ਵਿੱਚ ਹੀ ਬੈਠੇ ਨੇ, ਜਿਹੜੇ ਤੁਹਾਡੀ ਲੈਂਡਰ ਫੀ ਵੀ ਕੈਪਡ ਕਰ ਦਿੰਦੇ ਨੇ ਔਨ ਦਾ ਟਾਪ ਆਫ ਯੂਰ LTV। ਸੋ ਇਟਸ ਅ ਗੁੱਡ ਸੋਲੂਸ਼ਨ। ਥੋੜ੍ਹਾ ਜਿਹਾ ਤੁਸੀਂ ਕਹਿੰਦੇ ਨੇ ਵੀ ਕਿ ਆਪਾਂ ਲਿਟੀਗੇਸ਼ਨ 'ਚ ਫਸ ਜਾਂਦੇ ਹਾਂ। ਹਾਂਜੀ, ਮਤਲਬ ਉਹਦਾ ਥੋੜ੍ਹਾ ਜਿਹਾ ਇਹ ਪੁੱਛਣਾ ਚਾਹੁੰਦੇ ਨੇ 6460 ਵਾਲੇ ਕਿ ਵੀ ਕਿਸ ਤਰ੍ਹਾਂ ਲਿਟੀਗੇਸ਼ਨ ਇਹੀ ਜੀ, ਜਦੋਂ ਤੁਸੀਂ ਕੋਈ ਕੰਟਰੈਕਟ ਕਰ ਲੈਂਦੇ ਆ, ਈਦਰ ਤੁਸੀਂ ਸੈਲਰ ਨਾਲ ਕੰਟਰੈਕਟ ਕੀਤਾ ਜਾਂ ਤੁਸੀਂ ਬਿਲਡਰ ਨਾਲ ਕੀਤਾ। ਸੋ ਤੁਸੀਂ ਉਹਨੂੰ ਲੀਗਲੀ ਉਹਦੇ ਨਾਲ ਬੌਂਡ ਹੋ ਗਏ ਕਿ ਯੈਸ ਅਸੀਂ ਕਰ ਲੈਣਾ ਹੈ ਇਹ, ਅਤੇ ਕੱਲ੍ਹ ਨੂੰ ਰਿਗਾਰਡਲੈਸ ਮਾਰਕੀਟ ਗਿਰੇ, ਰਿਗਾਰਡਲੈਸ ਤੁਹਾਡੀ ਕੁਆਲੀਫਿਕੇਸ਼ਨ ਥੱਲੇ ਜਾਵੇ, ਅਤੇ ਸੈਲਰ ਨੇ ਥੋੜ੍ਹੀ ਕਹਿਣਾ ਆ ਵੀ ਹਾਂ ਜੀ ਵੀ ਵਿਲ ਲੈਟ ਯੂ ਗੋ। ਨੋ, ਉਹਨਾਂ ਦਾ ਪ੍ਰੋਪਰਟੀ ਅਗਰ ਉਹਨਾਂ ਨੇ ਵੇਚਤੀ, ਜਿੰਨੇ ਵੀ ਉਹਨਾਂ ਦੇ ਘਾਟੇ 'ਤੇ ਵਿਕੀ, ਅਤੇ ਜਿਹੜਾ ਰੈਸਟ ਡਿਫਰੈਂਟ ਆ ਜੀ, ਉਹ ਡਿਫਰੈਂਸ ਆ ਉਹਦੇ 'ਚ ਲਈ ਉਹਨਾਂ ਨੇ ਸੂ ਕਰ ਦੇਣਾ, ਕਲਾਇੰਟ ਦੇ ਮਗਰ ਆ ਜਾਣਾ ਹੈ। ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਉਸੇ ਤਰ੍ਹਾਂ ਦੀ ਗੱਲ ਕਰ ਰਹੇ ਨੇ ਪੌਲ ਹੋਰੀ, ਕਿ ਹਾਊਸਿੰਗ ਨੂੰ ਬਿਜ਼ਨਸ ਦੀ ਤਰ੍ਹਾਂ ਯੂਜ਼ ਕੀਤਾ ਗਿਆ, ਅਤੇ ਜਿਹੜਾ ਬਿਜ਼ਨਸ ਹੈ ਉਹਦੇ 'ਚ ਨਫਾ ਨੁਕਸਾਨ ਹੁੰਦਾ, ਅਤੇ ਹੁਣ ਨੁਕਸਾਨ ਦਾ ਦੌਰ ਚੱਲ ਰਿਹਾ, ਅਤੇ ਇਸ ਕਰਕੇ ਹੁਣ ਕਹਿੰਦੇ ਰੋਣਾ ਨਹੀਂ ਚਾਹੀਦਾ। ਨਹੀਂ ਦੇਖੋ, ਪਤਾ ਕੀ ਗੱਲ ਕੀ ਆਉਂਦੀ ਭਾਜੀ, ਇਹਦੇ 'ਚ ਇਹ ਆਉਂਦਾ ਵੀ ਅਗਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਲੱਖਾਂ ਦਾ ਪ੍ਰੋਫਿਟ ਬਣਾਉਣਾ ਆ, ਤਾਂ ਫਿਰ ਜਦੋਂ ਉਹ ਇਹੋ ਜਿਹੀ ਕੋਈ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਹੈ, ਤਾਂ ਫਿਰ ਉਹ 'ਚ ਹਜ਼ਾਰਾਂ ਖਰਚਣ ਦਾ ਜਿਗਰਾ ਵੀ ਰੱਖਣਾ ਚਾਹੀਦਾ ਆ। ਜੇ ਗੁੰਜਾਇਸ਼ ਨਾ ਹੋਵੇ ਤਾਂ ਫਿਰ ਪੰਗਾ ਨਾ ਲਓ। ਹੁਣ ਮੈਂ ਇੱਕ ਕਲਾਇੰਟ ਨੂੰ ਜਾਣਦੀ ਹਾਂ ਜੀ, ਉਹਨਾਂ ਨੇ ਵੁੱਡ ਸਟਾਕ ਇੱਕ ਘਰ ਬੁੱਕ ਕਰਾਇਆ ਹੋਇਆ, ਹੋਰ ਕਿਤੇ ਇੱਕ ਹੋਰ ਕਰਾਇਆ ਹੋਇਆ, ਕੈਲੇਡਨ ਦੇ 'ਚ ਇੱਕ ਹੋਰ ਕਰਾਇਆ ਹੋਇਆ। ਕੈਲੇਡਨ 'ਚ ਜਿਹੜਾ ਕਰਾਇਆ ਉਹਨਾਂ ਨੇ 1.7 ਸਮਥਿੰਗ ਦਾ ਕਰਾਇਆ ਆ, ਅਤੇ ਆਲਰੇਡੀ ਉਹਨਾਂ ਦੇ ਕੋਲ 2 ਘਰ ਪਹਿਲਾਂ ਹੈਗੇ ਆ। ਸੋ 5 ਘਰ ਹੋ ਗਏ ਆਲ ਟੂਗੈਦਰ। ਅਤੇ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਇਨਵੈਸਟਮੈਂਟ ਲਈ ਕਰਵਾਇਆ ਹੀ ਹੈ ਬੁੱਕ, ਤਾਂ ਇਨਵੈਸਟਮੈਂਟ ਮੈਨੂੰ ਨਹੀਂ ਲੱਗਦਾ ਵੀ ਇਨਵੈਸਟਮੈਂਟ ਉਹ ਹੋਣੀ ਚਾਹੀਦੀ ਜਿਹੜੀ 1.7 ਤੱਕ ਦੀ ਹੋਵੇ। ਇਨਵੈਸਟਮੈਂਟ ਹੁੰਦੀ ਹੈ ਮਿਲੀਅਨ ਤੋਂ ਥੱਲੇ ਤੱਕ ਦੀ, ਵੀ ਕੱਲ੍ਹ ਨੂੰ ਖੁਦਾ ਨਾ ਖਾਸਤੇ 'ਚੋਂ ਪੈਸੇ ਨਾ ਨਿਕਲੇ ਤਾਂ ਅਸੀਂ ਇਹਨੂੰ ਇੱਕ ਲੀਨੀਅਰ ਬੇਸ 'ਤੇ ਕਲੋਜ਼ ਕਰਾ ਸਕੀਏ। ਹੁਣ 1.7 'ਤੇ ਜਦੋਂ ਭਾਜੀ ਪ੍ਰੋਪਰਟੀ ਮਿਲੀਅਨ ਤੋਂ ਉੱਤੇ ਆ ਜਾਂਦੀ ਹੈ, ਤਾਂ ਮੈਂ ਇੱਕ ਬਹੁਤ ਵੱਡਾ ਟੋਪਿਕ ਇੱਥੇ ਡਿਸਕਸ ਕਰਨਾ ਚਾਹੁੰਦੀ ਹਾਂ ਵਿਦਿਨ 2 ਮਿੰਟਸ। ਉਹ 'ਚ ਇਹ ਆਉਂਦਾ ਇੱਥੇ ਸਲਾਈਡਿੰਗ ਸਕੇਲ ਮੌਰਗੇਜਿਸ ਹੁੰਦੀਆਂ ਭਾਜੀ। ਹੁਣ ਮੇਰੇ ਕੋਲ ਕਲਾਇੰਟ ਆਉਂਦਾ, ਉਹ ਕਹਿੰਦਾ ਜੀ ਅਸੀਂ 18 ਲੱਖ ਦਾ ਘਰ ਬੁੱਕ ਕਰਾਇਆ, 20% ਲਖਵੀਰ ਸਾਡੇ ਕੋਲ ਪਿਆ ਆ। ਕਿਹਨੇ ਕਿਹਾ ਆ ਵੀ 18 ਲੱਖ ਦਾ 20% 'ਤੇ ਕਲੋਜ਼ ਹੋ ਜਾਊਗਾ? ਨੋ, ਦੇਰ ਇਜ਼ ਅ ਸਲਾਈਡਿੰਗ ਸਕੇਲ। ਸਲਾਈਡਿੰਗ ਸਕੇਲ ਦਾ ਮਤਲਬ ਫੋਰ ਐਗਜ਼ਾਮਪਲ ਤੁਸੀਂ ਕਿਸੇ ਵੀ ਬੈਂਕ ਕੋਲ ਜਾਂਦੇ ਹੋ, ਕਹਿੰਦੇ ਅਪ ਟੂ 15 ਲੱਖ ਅਸੀਂ ਤੁਹਾਨੂੰ 20% 'ਤੇ ਡਾਊਨ 'ਤੇ ਦੇ ਦੇਣਾ ਆ। ਔਨ ਦਾ ਟੋਪ ਜਿਹੜਾ 3 ਲੱਖ ਉਹਦਾ ਸਾਨੂੰ 35% ਚਾਹੀਦਾ, ਉਹਦਾ ਸਾਨੂੰ 50% ਚਾਹੀਦਾ। ਦੈਟ ਇਜ਼ ਕਾਲਡ ਸਲਾਈਡਿੰਗ ਸਕੇਲ ਮੌਰਗੇਜਿਸ। ਸੋ ਦੇਰ ਇਜ਼ ਨੋ ਸੱਚ ਰੂਲ ਵੀ ਤੁਸੀਂ ਕੋਈ ਪ੍ਰੋਪਰਟੀ ਲਓਗੇ ਮਿਲੀਅਨ ਤੋਂ ਉੱਤੇ ਜਾਂ 12 ਲੱਖ ਤੋਂ ਉੱਤੇ ਜਾਂ 15 ਲੱਖ ਤੋਂ ਉੱਤੇ ਜਾਂ 2 ਮਿਲੀਅਨ ਦੇ ਨੇੜੇ ਵੀ ਉਹ ਸਿਰਫ 20% ਨਾਲ ਕਲੋਜ਼ ਹੋ ਜੂਗੀ। ਨੋ। ਅੱਗੇ ਇੱਕ ਅਰਸ਼ਦੀਪ ਵਰਕ ਕਰ ਰਹੇ ਨੇ, ਮੇਰੇ ਖਿਆਲ ਇਹ ਕੁਐਸਚਨ ਲੈ ਕੇ ਫਿਰ ਅਸੀਂ ਗੱਲ ਬੰਦ ਕਰਦੇ ਹਾਂ, ਕਿ ਮੈਂ ਕਹਿੰਦੇ ਫਸਟ ਟਾਈਮ ਬਾਇਰ ਹਾਂ, ਅਤੇ ਸਰਕਾਰ ਦਿੰਦੀ ਹੈ 10-15% ਹੈਲਪ ਐਜ਼ ਫਸਟ ਟਾਈਮ ਹੋਮ ਬਾਇਰ, ਅਤੇ ਸੋ ਇਫ ਵੀ ਹੈਵ ਟੂ ਗਿਵ ਡਾਊਨ ਪੇਮੈਂਟ ਫॉर 20%,
do I need to pay from my pocket only 5-10%? ਇਹਦੇ ਵਿੱਚ ਜੀ ਗੌਰਮੈਂਟ ਦੇ ਪਲਾਨਸ ਹੁੰਦੇ ਆ, ਗੌਰਮੈਂਟ ਦੇ ਪਲਾਨਸ ਹੁੰਦੇ ਆ 5% ਤੋਂ ਲੈ ਕੇ 10%। 5% ਜੀ ਉਹ ਦਿੰਦੇ ਆ ਆਈ ਥਿੰਕ ਰੀਸੇਲ ਵਾਲਿਆਂ ਨੂੰ, 10% ਦਿੰਦੇ ਆ ਅਗਰ ਤੁਸੀਂ ਪ੍ਰੀ ਕੰਸਟਰਕਸ਼ਨ 'ਚ ਬੁੱਕ ਕਰਾਉਂਦੇ ਹੋ। ਬਟ ਜੇ ਉਹਨਾਂ ਨੇ 5% ਅੱਜ 25,000 ਦਿੱਤਾ ਤੁਹਾਨੂੰ ਅਤੇ ਕੱਲ੍ਹ ਨੂੰ ਤੁਹਾਡੀ ਘਰ ਦੀ ਵੈਲਿਊ ਵੱਧ ਜਾਂਦੀ ਆ ਜਾ ਕੇ, ਤਾਂ 5% ਉਹਨਾਂ ਨੇ ਉਦੋਂ ਘਰ ਦੀ ਵੈਲਿਊ ਦਾ ਲੈਣਾ, ਨਾਟ ਲਾਈਕ 25,000। ਯੈਸ ਤੁਸੀਂ ਲੈ ਸਕਦੇ ਹੋ ਜੀ, ਗੌਰਮੈਂਟ ਦੇ ਪਲਾਨ ਦੇ ਵਿੱਚ ਤੁਸੀਂ ਜਾ ਕੇ ਕੁਆਲੀਫਾਈ ਕਰ ਸਕਦੇ ਹੋ। ਅੱਛਾ, ਇੱਕ ਸਵਾਲ ਅੱਗੇ ਰਵਿੰਦਰ ਦਾ ਕਿ ਜੀ ਕੋਲੈਟਰਲ ਚਾਰਜ ਦਾ ਕਿਵੇਂ ਪਤਾ ਲੱਗਦਾ ਕਿ ਮੇਰੀ ਮੌਰਗੇਜ 'ਤੇ ਪਏ ਹਨ ਜਾਂ ਨਹੀਂ? ਇਹਦੇ ਵਿੱਚ ਇਹ ਆਉਂਦਾ ਤੁਸੀਂ ਮੌਰਗੇਜ ਪਰਸਨ ਨਾਲ ਵੀ ਗੱਲ ਕਰ ਸਕਦੇ ਆ। ਸੋ ਵੀ ਹੈਵ ਦਾ ਸੌਫਟਵੇਅਰ, ਅਸੀਂ ਜਦੋਂ ਚੈੱਕ ਕਰੀਦਾ ਵੀ ਫਿਗਰ ਇਟ ਆਊਟ। ਅਤੇ ਬਾਕੀ ਇਹ ਹੈ ਜੀ ਮੋਸਟਲੀ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਜਦੋਂ ਕਰੋਨਾ ਵਾਇਰਸ ਦੇ ਨੇੜੇ ਤੇੜੇ ਮੋਸਟਲੀ ਜਿਹੜੀਆਂ ਮੌਰਗੇਜਿਸ ਹੋਈਆਂ ਸੀ ਜਾਂ ਹੁਣ ਵੀ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪ੍ਰੋਡਕਟ ਆ ਬੈਂਕਾਂ ਦਾ, ਉਹ ਕੋਈ ਜੀ ਉਹਨੂੰ ਹੋਮ ਲਾਈਨ ਪਲਾਨ ਕਹਿੰਦਾ, ਕੋਈ ਉਹਨੂੰ ਸਟੈਪ ਪਲਾਨ ਕਹਿੰਦਾ, ਸਮਥਿੰਗ ਲਾਈਕ ਦੈਟ। ਇੱਦਾਂ ਦੇ ਪਲਾਨ ਨੇ, ਡਿਫਰੈਂਟ ਪਲਾਨਸ ਨੇ। ਉਹਦੇ ਵਿੱਚ ਮੋਸਟਲੀ ਜਦੋਂ ਤੁਹਾਨੂੰ ਇੱਕ ਨਾਲ ਲਾਈਨ ਆਫ ਕ੍ਰੈਡਿਟ ਦਿੱਤੀ ਜਾਂਦੀ ਆ, ਮੋਸਟਲੀ ਉਹਦੇ 'ਚ 99% ਸ਼ੋਰ ਹੁੰਦਾ ਵੀ ਉਹ ਥੋੜ੍ਹੀ ਕੋਲੈਟਰਲ ਚਾਰਜ ਮੌਰਗੇਜ ਆ, ਕਿਉਂਕਿ ਬੇਸਿਕਲੀ ਕੀ ਹੁੰਦਾ ਕਿ ਜਿੰਨਾ ਤੁਸੀਂ ਥੋੜ੍ਹਾ ਬਹੁਤਾ ਪ੍ਰਿੰਸੀਪਲ ਪੇ ਕਰ ਰਹੇ ਹੋ ਉਹਦੇ 'ਚ ਕੁਛ ਸਮ ਆਫ ਦਾ ਪ੍ਰਿੰਸੀਪਲ ਤੁਹਾਡਾ ਐਜ਼ ਅ ਲਾਈਨ ਆਫ ਕ੍ਰੈਡਿਟ ਜੁੜੀ ਜਾਂਦਾ ਆ। ਸੋ ਜਦੋਂ ਇੱਕ ਕਲਾਇੰਟ ਨੂੰ ਪ੍ਰੋਡਕਟ ਆਫਰ ਕੀਤਾ ਜਾਂਦਾ, ਉਹ ਕਿਹਾ ਜਾਂਦਾ ਵੀ ਓਕੇ ਜੀ ਇਹ ਤੁਹਾਡੀ ਮੌਰਗੇਜ ਆ ਅਤੇ ਇਹਦੇ ਨਾਲ ਤੁਹਾਨੂੰ 40,000 50,000 ਤੁਹਾਨੂੰ ਨਾਲ ਅਸੀਂ ਲਾਈਨ ਆਫ ਕ੍ਰੈਡਿਟ ਦੇ ਰਹੇ ਹਾਂ ਜਾਂ ਤੁਹਾਡਾ ਪ੍ਰਿੰਸੀਪਲ 'ਚ ਜੁੜੀ ਜਾਊਗਾ। ਐਜ਼ ਅ ਕਾਮਨ ਪਰਸਨ ਬੰਦਾ ਸੋਚਦਾ ਵੀ ਯੈਸ ਦੈਟਸ ਅ ਵੈਰੀ ਗੁੱਡ ਪ੍ਰੋਡਕਟ। ਪਰ ਜਦੋਂ ਤੁਸੀਂ ਉਹਦਾ ਡਾਊਨ ਔਨ ਦਾ ਰੋਡ ਦੇਖਦੇ ਹੋ ਜੀ, ਉਹ ਫਿਰ ਜੇ ਤੁਸੀਂ 8 ਲੱਖ ਦੀ ਮੌਰਗੇਜ ਲਈ ਆ, ਉਹ 8 ਲੱਖ ਨਹੀਂ ਰਜਿਸਟਰ ਹੋਇਆ ਹੁੰਦਾ, ਉਹ ਤੋਂ ਵੱਧ ਰਜਿਸਟਰ ਹੋਇਆ ਹੁੰਦਾ। ਐਂਡ ਦੇ ਕੈਨ ਰਜਿਸਟਰ ਅਪ ਟੂ 125%, 125% ਤੱਕ ਰਜਿਸਟਰ ਕਰ ਸਕਦੇ ਹੁੰਦੇ ਆ ਤੁਹਾਡੇ 'ਤੇ, ਉਹ ਕੋਲੈਟਰਲ ਚਾਰਜ ਹੋ ਜਾਂਦਾ ਆ। ਸੋ ਕਹਿ ਲਓ ਵੀ ਮੌਰਗੇਜ ਤੁਸੀਂ ਘੱਟ ਲਈ ਆ ਪਰ ਕੋਲੈਟਰਲ ਉਹਨਾਂ ਨੇ ਵੱਧ ਪਾਇਆ ਹੋਇਆ ਆ। ਠੀਕ ਹੈ ਪਰ ਜੀ। ਜਦੋਂ ਇਹ ਸਭ ਚੀਜ਼ਾਂ ਬੰਦਾ ਉਦੋਂ ਕਰਦਾ ਜਦੋਂ ਨਾਰਮਲ ਹਾਲਾਤ ਹੋਣ। ਦੇਖੋ ਜੀ ਮੈਂ ਮੋਸਟਲੀ ਇਹ ਕਹੂੰਗੀ ਚੱਲਿਆ ਉਹਦੇ 'ਚ ਬਹੁਤ ਗੜਬੜਾਂ ਹੋਈਆਂ ਨੇ। ਪਰ ਭਾਜੀ ਮੈਂ ਮੋਸਟਲੀ ਇਹ ਕਹੂੰਗੀ ਵੀ ਦੇਖੋ ਆਪਾਂ ਇੱਕ ਚੰਗੀ ਕੰਟਰੀ 'ਚ ਆਏ ਹਾਂ ਕਾਹਦੇ ਲਈ? ਆਪਣੇ ਬੈਟਰਮੈਂਟ ਲਈ, ਆਪਣੇ ਬੱਚਿਆਂ ਦੇ ਅੱਗੇ ਫਿਊਚਰ ਲਈ, ਰਾਈਟ? ਬਟ ਜੇ ਤੁਸੀਂ ਲਾਈਕ ਹੁਣ ਤਾਂ ਸੋਸ਼ਲ ਮੀਡੀਆ ਬਹੁਤ ਆ ਜੀ, ਟਿਕਟੋਕ 'ਤੇ ਬਹੁਤ ਆ, ਇੰਸਟੈਡ ਆਫ ਲਿਸਨਿੰਗ ਦਾ ਅਦਰ ਥਿੰਗਸ ਤੁਸੀਂ ਜਿਹੜੀ ਮਾਰਕੀਟ ਆ ਉਹਨੂੰ ਲਿਸਨ ਕਰੋ, ਰਿਗਾਰਡਲੈਸ ਉਹ ਘਰਾਂ ਦੀ ਲਈ ਰਿਲੇਟਡ ਆ, ਰਿਗਾਰਡਲੈਸ ਉਹ ਕਿਸੇ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਲਾਈਕ ਤੁਸੀਂ ਉਹਦੇ ਬਹੁਤ ਲਾਈਕ ਰੱਖੋ ਤਾਂ ਕਿ ਜਦੋਂ ਤੁਸੀਂ ਇੱਕ ਮੌਰਗੇਜ ਪਰਸਨ ਜਾਂ ਕਿਸੇ ਵੀ ਰਿਲੇਟਡ ਬਿਜ਼ਨਸ ਨਾਲ ਡੀਲ ਕਰੋ ਤੁਹਾਨੂੰ ਕੁਛ ਨਾ ਕੁਛ ਤੁਹਾਡੇ ਐਂਡ 'ਤੇ ਪਤਾ ਹੋਵੇ। ਅੱਛਾ, ਇੱਕ ਕੁਐਸਚਨ ਹੈ ਕਿ ਇਫ ਮਾਈ ਲਾਇਰ ਹੈਜ਼ ਰਿਸੀਵਡ ਮੌਰਗੇਜ ਇੰਸਟਰਕਸ਼ਨ ਫਰੋਮ ਦ ਬੈਂਕ ਦੈਨ ਐਮ ਆਈ ਸੇਫ ਅੰਟਿਲ ਦ ਕਲੋਜ਼ਿੰਗ? ਕੈਨ ਆਈ ਫਾਈਨਾਂਸ ਮਾਈ ਫਰਨੀਚਰ ਬਿਫੋਰ ਕਲੋਜ਼ਿੰਗ? ਨਹੀਂ ਜੀ, ਇਹਦੇ ਵਿੱਚ ਮੈਂ ਹੁਣੇ ਗੱਲ ਕਰਕੇ ਹਟੀਆਂ ਵੀ ਜਦ ਤੱਕ ਕਲੋਜ਼ਿੰਗ ਹੋ ਕੇ ਚਾਬੀ ਨਹੀਂ ਮਿਲਦੀ ਹੈਗੀ ਉਦੋਂ ਤੱਕ ਨਥਿੰਗ ਇਜ਼ ਸੇਫ, ਰਾਈਟ? ਨਥਿੰਗ ਇਜ਼ ਸੇਫ। ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਦੇਖੋ ਜੀ ਜ਼ਰੂਰੀ ਨਹੀਂ ਹੈਗਾ। ਬਾਕੀ ਆ ਜਾਂਦਾ ਨਾ ਭਾਜੀ, ਜਦੋਂ ਆਪਾਂ ਸ਼ਾਪਿੰਗ ਕਰਦੇ ਹਾਂ ਆਪਾਂ ਫਲਾਇਰ ਲੈ ਕੇ ਕੱਲੀ ਚੀਜ਼ ਪ੍ਰਾਈਸ ਮੈਚ ਕਰਾਉਂਦੇ ਹਾਂ, ਟਾਈਮ ਕਿੰਨਾ ਆਪਾਂ ਵੇਸਟ ਕਰਦੇ ਹਾਂ। ਪਰ ਜਦੋਂ ਆਪਾਂ ਲੱਖਾਂ ਦੀ ਸ਼ਾਪਿੰਗ ਕਰਦੇ ਹਾਂ ਅਤੇ ਉਦੋਂ ਕਿਉਂ ਨਹੀਂ ਆਪਾਂ ਇਹ ਚੀਜ਼ ਸੋਚਦੇ ਹੈਗੇ? ਅਤੇ ਫਿਰ ਆਪਾਂ ਬਲੇਮ ਸਾਰਾ ਕਿਤੇ ਸਿੱਟ ਦਿੰਦੇ ਹਾਂ, ਰਿਆਲਟਰ 'ਤੇ ਬਲੇਮ ਆਪਾਂ ਕਿਤੇ ਸਿੱਟ ਦਿੰਦੇ ਹਾਂ, ਸਾਰਾ ਮੌਰਗੇਜ ਵਾਲੇ ਪਰਸਨ 'ਤੇ। ਪਰ ਕਿਤੇ ਨਾ ਕਿਤੇ ਬਲੇਮ ਤਾਂ ਕਲਾਇੰਟ ਦੇ ਐਂਡ 'ਤੇ ਵੀ ਹੈਗਾ ਆ ਥੋੜ੍ਹਾ ਬਹੁਤਾ, ਰਾਈਟ? ਲਖਵੀਰ ਜੀ, ਇੱਕ ਜਿਹੜੇ ਮੇਰੇ ਕੋਲ ਆਏ ਨੇ ਕੁਐਸਚਨ, ਇੱਕ ਇਹ ਕਹਿੰਦੇ ਮੈਂ ਟਰੱਕ ਡਰਾਈਵਰ ਹਾਂ 6 ਮਹੀਨੇ ਤੋਂ ਓਨਟਾਰੀਓ ਕਾਰਪੋਰੇਸ਼ਨ ਨਾਲ, ਅਤੇ ਮੇਰੀ ਵਾਈਫ ਨੇ RN ਦੇ ਤੌਰ 'ਤੇ ਜਸਟ ਨਵੀਂ ਜੋਬ ਸ਼ੁਰੂ ਕੀਤੀ ਹੈ, ਅਤੇ ਕੀ ਮੈਂ ਕਹਿੰਦੇ ਕੁਆਲੀਫਾਈ ਕਰਦਾ? ਹਾਂਜੀ, ਤੁਸੀਂ ਕੁਆਲੀਫਾਈ ਕਰ ਸਕਦੇ ਹਾਂ ਜੀ। ਦੇਰ ਇਜ਼ ਅ ਡਿਫਰੈਂਟ ਲੈਂਡਰਸ ਜਿਨ੍ਹਾਂ ਦੀਆਂ ਰਿਕੁਆਇਰਮੈਂਟਸ ਬਹੁਤ ਲੀਨੀਅਟ ਨੇ, ਤੁਸੀਂ ਕੁਆਲੀਫਾਈ ਕਰ ਸਕਦੇ ਹਾਂ। ਦੈਨ ਆਈ ਜਸਟ ਟੈਲ ਹਿਮ ਕਿ ਮੈਨੂੰ ਰੀਚ ਆਊਟ ਕਰ ਲੈਣ, ਦੈਨ ਵੀ ਕੈਨ ਗੋ ਹੈਡ ਵਿਦ ਹਿਸ ਸਿਨੈਰੀਓ। ਸੋ ਅਰਸ਼ਦੀਪ ਦਾ ਮੈਂ ਲੈ ਲਿਆ, ਅਤੇ ਨੀਰਜ ਕੁਮਾਰ ਕਹਿ ਰਹੇ ਨੇ ਕਿ ਵਾਟ ਇਫ ਹੈਵ ਕੰਡੀਸ਼ਨਸ ਪੁੱਟ ਫਾਰ ਮੌਰਗੇਜ ਅਪਰੂਵਲ? ਮੇਰੇ ਖਿਆਲ ਇਹਨਾਂ ਨੇ ਸਮਝਿਆ ਨਹੀਂ। ਫਿਰ ਲਿਟੀਗੇਸ਼ਨ ਕਿਉਂ? ਲਿਟੀਗੇਸ਼ਨ ਇਉਂ ਜੇ ਤੁਸੀਂ ਵੀ ਨਾ ਪੂਰੀ ਕਰੋਗੇ, ਹਾਂਜੀ, ਕੰਡੀਸ਼ਨ ਬ੍ਰੇਕ ਕਰੋਗੇ ਜੀ। ਕੰਡੀਸ਼ਨ ਕਿਉਂਕਿ ਜਦੋਂ ਤੁਸੀਂ ਕੋਈ ਵੀ ਰਿਗਾਰਡਲੈਸ ਇਕੱਲਾ ਰੀਅਲ ਸਟੇਟ ਨਾ ਲਾਓ ਜੀ, ਕੋਈ ਵੀ ਕੰਟਰੈਕਟ ਲਾ ਲਓ, ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰਤਾ ਦੈਨ ਯੂ ਆਰ ਲੀਗਲੀ ਬਾਉਂਡ ਇਨ ਇਟ। ਠੀਕ ਹੈ ਜੀ। ਸੋ ਇਹੀ ਮੈਂ ਮੋਸਟਲੀ ਇੱਥੇ ਹੀ ਅੱਜ ਦਾ ਟੋਪਿਕ ਫਿਨਿਸ਼ ਕਰਨਾ ਚਾਹੁੰਦੀ ਹਾਂ ਵੀ ਇਟਸ ਨਾਟ, ਇੱਕ ਆਪਣਾ ਮਾਈਂਡ ਸੈੱਟ ਨਾ ਬਣਾਓ। ਸੋਲੂਸ਼ਨਸ ਬਹੁਤ ਪਏ ਆ। ਮੈਂ ਫਿਰ ਇੱਕ ਸਿੰਪਲ ਲੈਂਗੁਏਜ 'ਚ ਸਮਝਾ ਦਿੰਦੀ ਹਾਂ ਵੀ ਜਿਵੇਂ ਸੇਲ ਲੱਗਦੀ ਹੈ ਹਰੇਕ ਚੀਜ਼ ਦੇ ਵਿੱਚ, ਵੀ ਸੇਲਾਂ ਇੱਥੇ ਵੀ ਹੈਗੀਆਂ ਨੇ ਕਿਉਂਕਿ ਇਟਸ ਅ ਬਿਜ਼ਨਸ ਐਜ਼ ਵੈਲ। ਇੱਥੇ ਵੀ ਸੇਲਾਂ ਨੇ ਆਪਣੇ ਪ੍ਰੋਡਕਟ ਦੀਆਂ। ਪਰ ਦ ਡਿਫਰੈਂਟ ਥਿੰਗ ਇਜ਼ ਕਿ ਜਿਹੜਾ ਤੁਹਾਡਾ ਪਰਸਨ ਅੱਗੇ ਤੁਹਾਡੇ ਲਈ ਡੀਲ ਕਰ ਰਿਹਾ ਇਨ ਦ ਮਿਡਲ, ਈਦਰ ਇਟਸ ਅ ਮੌਰਗੇਜ ਏਜੰਟ ਔਰ ਅ ਬ੍ਰੋਕਰ ਔਰ ਐਨੀਬਡੀ ਇਨ ਦ ਮੌਰਗੇਜ ਇੰਡਸਟਰੀ, ਉਹ ਤੁਹਾਡੇ ਲਈ ਕਿੰਨਾ ਡਿਗ ਇਨ ਕਰਦਾ ਆ। ਠੀਕ ਹੈ ਜੀ। ਆਈ ਡੋਨਟ ਨੋ ਅਬਾਊਟ ਐਨੀਬਡੀ ਐਲਸ, ਪਰ ਮੈਂ ਕੋਈ ਚਾਰਜ ਨਹੀਂ ਕਰਦੀ ਜੀ ਕੰਸਲਟੇਸ਼ਨ ਦਾ। ਸੋ ਮੈਂ ਸਟਰੋਂਗਲੀ ਐਡਵਾਈਜ਼ ਕਰੂੰਗੀ ਵੀ ਜ਼ਰੂਰ ਕੰਸਲਟ ਕਰੋ, ਕਿਉਂਕਿ ਯੂ ਆਰ ਨਾਟ ਡੀਲਿੰਗ ਇਨ ਹੰਡਰਡਸ, ਯੂ ਆਰ ਡੀਲਿੰਗ ਇਨ 100,000s।
ਠੀਕ ਹੈ ਬਿਲਕੁਲ, ਜੀ। ਜੇ ਛੋਟੀ ਜਿਹੀ ਚੀਜ਼ ਲੈਣ ਲਈ ਵੀ ਇੰਨੀ ਸ਼ਾਪਿੰਗ ਹੁੰਦੀ ਹੈ ਕਿ ਇੱਕ ਸ਼ਾਪ ਹੁਣ ਤੋਂ ਤੁਸੀਂ ਦੂਜੀ ਇੱਥੇ ਹੈ ਜੀ, ਕਿਤੇ ਵੀ ਹੁੰਦਾ $1 ਲਈ ਵੀ ਆਪਾਂ ਜਾਂਦੇ ਆ ਜੀ, ਵਾਲਮਾਰਟ 'ਚ ਸਸਤਾ ਲੱਗਿਆ ਤਾਂ ਅਸੀਂ ਬੈਸਟ ਬਾਏ ਜਾਈਏ ਜਾਂ ਕਿਤੇ ਹੋਰ ਜਾਈਏ, ਪਰ ਜਦੋਂ ਲੱਖਾਂ ਦੀ ਕਰਦੇ ਆ, ਫੜ ਕੇ ਫਲਾਇਰ ਜਾਏ, ਹਾਂਜੀ, ਹੈਨਾ, ਤੇ ਜਿੱਥੇ ਲੱਖਾਂ ਦਾ ਜਿੱਥੇ ਕਰਨੀ ਚਾਹੀਦੀ ਉੱਥੇ ਤੁਸੀਂ ਕਰ ਨਹੀਂ ਰਹੇ ਹੈਗੇ ਸ਼ਾਪਿੰਗ, ਰਾਈਟ। ਇੱਥੇ ਇਹ ਮਾਈਂਡ ਨਾ ਬਣਾਓ। ਤੇ ਬਾਕੀ ਇਹ ਆ ਜੀ, ਲਾਈਕ ਕਹ ਲਓ ਭੀੜ ਨੂੰ ਫੋਲੋ ਨਾ ਕਰੋ। ਮੈਂ ਜਸਟ ਇੱਕ ਇੱਥੇ ਟੌਪਿਕ ਕਹਿਣਾ ਚਾਹੁੰਦੀ ਵੀ ਭੀੜ ਨੂੰ ਫੋਲੋ ਨਾ ਕਰੋ, ਆਪਣੀ ਅਲੱਗ ਲਾਈਨ ਬਣਾਓ। ਤੇ ਹੁਣ ਦੇਖੋ ਜੀ, ਪ੍ਰੋਟੈਸਟ ਹੋ ਰਿਹਾ ਭਾਜੀ ਪ੍ਰੀ ਕੰਸਟਰਕਸ਼ਨਾਂ ਦੇ, ਕੀ ਲੱਗਦਾ ਕਿ ਉਹ ਪ੍ਰੋਟੈਸਟ ਦੇ ਨਾਲ ਕੁਝ ਘੱਟ ਹੋ ਜਾਏਗਾ? ਮੈਨੂੰ ਨਹੀਂ ਲੱਗਦਾ, ਕਿਉਂਕਿ ਤੁਸੀਂ ਲੀਗਲੀ ਬਾਉਂਡ ਹੋਏ ਆ। ਨਾਲੇ ਇਸ ਠੀਕ ਹੈ ਨਾ, ਚੀਜ਼ ਤੇ ਪ੍ਰੋਟੈਸਟ ਦੀ ਤਾਂ ਕੋਈ ਇਹਦੇ ਤੇ ਤਾਂ ਪ੍ਰੋਟੈਸਟ ਦੀ ਲੋੜ ਹੀ ਨਹੀਂ ਹੈਗੀ। ਤੇ ਹੁਣ ਆਪਾਂ ਕਹਿ ਰਹੇ ਹਾਂ ਜੀ ਨਹੀਂ ਜੀ ਸਾਡੇ ਟੇਬਲ ਤੇ ਫੂਡ ਨਹੀਂ ਹੈਗਾ ਰੱਖਣ ਲਈ, ਡੋਂਟ ਸੇ ਸੱਚ ਕਾਈਂਡ ਆਫ ਥਿੰਗ। ਇਹਦੇ ਨਾਲ ਬਿਲਡਰ ਨੂੰ ਕੋਈ ਫਰਕ ਨਹੀਂ ਪੈਣਾ ਜੀ, ਠੀਕ ਹੈ ਨਾ, ਕਿਉਂਕਿ ਬਿਲਡਰ ਨੇ ਆਪਾਂ ਨੂੰ ਘਰੋਂ ਤਾਂ ਕੱਢ ਕੇ ਲੈ ਕੇ ਨਹੀਂ ਆਉਂਦਾ ਸੀਗਾ, ਆਪਾਂ ਹੀ ਗਏ ਸੀ ਨਾ ਬਿਲਡਰ ਦੇ ਕੋਲ, ਬਿਲਕੁਲ, ਠੀਕ ਹੈ ਨਾ। ਸੋ ਇਹ ਚੀਜ਼ ਆ। ਤੇ ਬਾਕੀ ਕਿਸੇ ਨੇ ਵੀ ਕੋਈ ਕੰਸਲਟੇਸ਼ਨ ਕਰਨੀ ਹੈ ਭਾਜੀ, ਦੇ ਆਰ ਵੈਲਕਮ ਟੂ ਗਿਵ ਮੀ ਅ ਕਾਲ ਐਟ 647-273-7006। ਬਹੁਤ ਸ਼ੁਕਰੀਆ ਜੀ, ਥੈਂਕ ਯੂ।